ਜਥੇਦਾਰਾਂ ਦੀ ਮੀਟਿੰਗ 'ਚ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਨਹੀਂ ਮਿਲੀ ਐਂਟਰੀ। ਸੁਰੱਖਿਆ ਕਰਮੀਆਂ ਦੇ ਦੇਖਦਿਆਂ ਹੀ ਅਕਾਲ ਤਖਤ ਸਕੱਤਰੇਤ ਦਾ ਬੂਹਾ ਕੀਤਾ ਬੰਦ। ਪਟਨਾ ਸਾਹਿਬ ਦੇ 5 ਪਿਆਰਿਆਂ ਨੇ 5 ਤੋਂ ਛੇਕੇ ਨੇ ਰਣਜੀਤ ਸਿੰਘ। ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਇਲਜ਼ਾਮ, ਕਿਹਾ ਝੀਂਡਾ ਤੇ ਨਲਵੀ ਨੇ ਐਸਜੀਪੀਸੀ ਪ੍ਰਧਾਨ ਅਤੇ ਅਕਾਲੀ ਆਗੂਆਂ ਨਾਲ ਕੀਤੀ ਗੁਪਤ ਮੀਟਿੰਗ। ਚੰਦੂ ਮਾਜਰਾ ਦੇ ਘਰ ਮੀਟਿੰਗ ਹੋਣ ਦਾ ਕੀਤਾ ਦਾਅਵਾ। ਚੰਡੀਗੜ੍ਹ 'ਚ ਜ਼ਮੀਨ ਵਾਲੀ ਮੰਗ ਦੇ ਵਿਰੋਧ ਤੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਦੀ ਦੋ ਟੁੱਕ ਬੋਲੇ, ਸਾਡੀ ਮੰਗ ਤੇ ਪੰਜਾਬ ਨੂੰ ਕਿਉਂ ਹੈ ਇਤਰਾਜ਼। ਚੰਡੀਗੜ੍ਹ ਪ੍ਰਸ਼ਾਸਨ ਨੇ ਦੇਖਣਾ ਹੈ ਮਸਲਾ, ਅਸੀਂ ਕੋਈ ਮੁਫਤ 'ਚ ਨਹੀਂ ਲੈ ਰਹੇ ਜ਼ਮੀਨ। ਅਲਟੀਮੇਟਮ ਖਤਮ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਅਗਲੇ ਕਦਮ ਤੇ ਨਜ਼ਰ। ਅੱਜ ਪਿੰਡ ਮੂਸਾ 'ਚ ਪ੍ਰਸ਼ੰਸਕਾਂ ਨਾਲ ਕਰਨਗੇ ਮੁਲਾਕਾਤ। ਗਾਇਕ ਦੇ ਮਾਪਿਆਂ ਵੱਲੋਂ ਪੁਲਿਸ ਨੂੰ ਦਿੱਤਾ ਅਲਟੀਮੇਟਮ, ਪਰਸੋਂ ਹੋ ਚੁੱਕਿਆ ਖਤਮ। 10 ਜ਼ਿਲ੍ਹਿਆਂ 'ਚ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ। ਠੰਡ ਦੇ ਵਿੱਚ ਟਰੈਕਟਰਾਂ 'ਚ ਹੀ ਕੱਟੀ ਰਾਤ। ਜੁਮਲਾ ਮੁਸ਼ਤਰਕਾ ਜ਼ਮੀਨਾਂ ਦੇ ਮਸਲੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਾਏ ਨੇ ਧਰਨੇ। ਬੀਜੇਪੀ ਨੇ ਤਿਹਾੜ ਜੇਲ੍ਹ 'ਚ ਬੰਦ ਸਤਿੰਦਰ ਜੈਨ ਦੀ ਇੱਕ ਹੋਰ ਵੀਡੀਓ ਕੀਤੀ ਜਾਰੀ। ਸੈੱਲ ਦੀ ਸਫਾਈ ਕਰਦੇ ਨਜ਼ਰ ਆ ਰਹੇ ਕੁਝ ਕਰਮਚਾਰੀ। ਬੀਜੇਪੀ ਦਾ ਤੰਜ ਦੇਖੋ ਕੇਜਰੀਵਾਲ ਦੇ ਲਾਟ ਸਾਹਿਬ ਦੇ ਠਾਠ। ਅੱਜ ਕਪੂਰਥਲਾ ਤੇ ਹੁਸ਼ਿਆਰਪੁਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ। ਮੈਡੀਕਲ ਕਾਲਜਾਂ ਵਾਲੀ ਥਾਂ ਦਾ ਕਰਨਗੇ ਦੌਰਾ। ਮੌਕੇ ਤੇ ਅਫਸਰਾਂ ਨਾਲ ਵੀ ਕਰਨਗੇ ਮੀਟਿੰਗ। ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਡੇਰਾ ਬਿਆਸ ਦੇ ਮੁਖੀ। ਰਾਜਨਾਥ ਬੋਲੇ, ਸਮਾਜ ਪ੍ਰਤੀ ਬਾਬਾ ਗੁਰਿੰਦਰ ਸਿੰਘ ਦੀ ਸੇਵਾ ਅਤੇ ਸਮਰਪਣ ਹਜ਼ਾਰਾਂ ਲੋਕਾਂ ਲਈ ਹੈ ਪ੍ਰੇਰਣਾਦਾਇਕ। 3 ਹਫ਼ਤੇ ਪਹਿਲਾਂ ਪ੍ਰਧਾਨ ਮੋਦੀ ਗਏ ਸੀ ਡੇਰਾ ਬਿਆਸ। ਜੇਲ੍ਹ ਚੋਂ ਪਿਤਾ ਦਾ ਸੰਸਕਾਰ ਕਰਨ ਆਏ ਕੈਦੀ ਨੇ ਲਗਾਏ ਗੰਭੀਰ ਇਲਜ਼ਾਮ, ਕਿਹਾ ਦਿਲ ਦੇ ਮਰੀਜ਼ ਪਿਤਾ ਨੂੰ ਨਹੀਂ ਦਿੱਤਾ ਗਿਆ ਇਲਾਜ। ਸਿਫਾਰਸ਼ੀਆਂ ਦੀ ਹੀ ਸੁਣਦਾ ਹੈ ਜੇਲ੍ਹ ਪ੍ਰਸ਼ਾਸਨ। ਸੰਗਰੂਰ ਦੇ ਪਿਓ ਪੁੱਤ ਨਸ਼ੇ ਦੇ ਕੇਸ 'ਚ ਕੱਟ ਰਹੇ ਸਨ ਸਜ਼ਾ। ਚੰਡੀਗੜ੍ਹ ਪੁਲਿਸ ਨੇ ਠੱਗੀਆਂ ਕਰਕੇ ਫਰਾਰ ਹੋਣ ਵਾਲੇ ਅਪਰਾਧੀਆਂ ਦੀ ਲਿਸਟ ਤਿਆਰ ਕਰਕੇ ਇਨਾਮ ਐਲਾਨਿਆ। 7 ਮੁਲਜ਼ਮਾਂ ਤੇ 50-50 ਹਜ਼ਾਰ ਦਾ ਇਨਾਮ। 7 ਠੱਗਾਂ ਵਿੱਚ 4 ਸਕੇ ਬਿਲਡਰ ਭਰਾ ਕਰੋੜਾਂ ਦਾ ਫਰਾਡ ਕਰਕੇ ਹੋਏ ਨੇ ਫਰਾਰ। सत श्री अकाल, मैं अर्शदीप संधू, न्यूज़ 18 पंजाब देख रहे दर्शकों का स्वागत है। शुरुआत करते हैं एक वड्डी खबर दे नाल। सूत्रां दे हवाले तो बहुत वड्डी खबर है। जेलां दे अंदर गैंगस्टरां दे नैक्सस नूं खत्म करन दे लई वड्डा प्लान तैयार कीता जा रहा है। सूत्रां दे मुताबिक जेलां दे विच बंद वड्डे गैंगस्टर शिफ्ट कीते जाणगे। साउथ दीआं जेलां 'च शिफ्ट कीता जाएगा गैंगस्टरां नूं। इह सूत्रां दे हवाले नाल वड्डी खबर है। नॉर्थ तो साउथ ਦੇ ਸੂਬਿਆਂ ਦੀਆਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਸ਼ਿਫਟ ਕੀਤਾ ਜਾਏਗਾ। ਜੇਲ੍ਹਾਂ ਦੇ ਅੰਦਰ ਹੀ ਗੈਂਗਸਟਰ ਨੈਕਸਸ ਬਣਾ ਲੈਂਦੇ ਨੇ, ਤਾਂ ਇਸ ਨੈਕਸਸ ਨੂੰ ਤੋੜਨ ਦੇ ਲਈ ਇੱਕ ਵੱਡਾ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੇ ਐਨਆਈਏ ਵਿਸ਼ੇਸ਼ ਪਲਾਨ ਤਿਆਰ ਕਰ ਰਹੀ ਹੈ। ਜੇਲ੍ਹਾਂ ਦੇ ਅੰਦਰ ਗੈਂਗਸਟਰ ਕਿਵੇਂ ਨੈਕਸਸ ਬਣਾ ਲੈਂਦੇ ਨੇ ਤੇ ਉਸੇ ਨੈਕਸਸ ਨੂੰ ਤੋੜਨ ਦੇ ਲਈ ਇਹ ਯੋਜਨਾ ਬਣਾਈ ਜਾ ਰਹੀ ਹੈ। ਨਾਰਥ ਤੋਂ ਸਾਊਥ ਦੀਆਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਸੂਤਰਾਂ ਦੇ ਹਵਾਲੇ ਨਾਲ ਇਹ ਵੱਡੀ ਖਬਰ ਹੈ। जेलों ਦੇ ਵਿੱਚ ਹੁਣ ਨੈਕਸਸ नहीं चलेगा। शंकर आनंद साडे सहयोगी दिल्ली तो जुड़े ने। शंकर, क्या कुछ पूरी जानकारी इस मामले पर? अब देखिए, पिछले काफी समय से देखने को मिल रहा था कि जिस तरह से गैंगस्टर की गिरफ्तारी तो हो रही थी और गिरफ्तारी होने के बाद जिस तरह से जेल के अंदर में ये गैंगस्टर एक अपना अलग राज खड़ा कर लेते हैं। कई गैंगस्टर आपस में मिल करके और कई उसके गुर्गे मिल करके एक सम्राट फिर वही अंडरवर्ल्ड के तमाम गतिविधियों को अंजाम देने में जुट जाते हैं। एक तरह से कहा जा सकता है इन तमाम मामलों की गंभीरता को देखते हुए पिछले कुछ समय पहले ही गृह मंत्रालय में ये एक इस मामले को लेकर बैठक भी हुई थी और एनआईए के द्वारा इस मामले पर एनआईए के द्वारा एक प्रस्ताव भी रखा गया था कि जो नॉर्थ राज्यों के जो गैंगस्टर हैं, चाहे वो नॉर्थ के भाई, तो चाहे दिल्ली हो, हरियाणा हो, पंजाब हो, राजस्थान हो, यहाँ के गैंगस्टर को साउथ के राज्यों में भेजा जाए और अलग अलग भेजा जाए, जिससे कि वो नेटवर्क तैयार न कर सके और आपस में बातचीत न कर सके। तो एक बहुत बड़ा फैसला हो सकता है कि इस मामले पर एक बड़ा फैसला लिया जा सकता है। हालांकि ये वो केंद्रीय गृह मंत्रालय को फैसला लेना है
तो एक तरह से कहा जा सकता है कि जिस तरह से एक प्रस्ताव रखा गया, कि प्रस्ताव जैसे कि आप लॉरेंस बिश्नोई गैंग की बात करें, लॉरेंस बिश्नोई जो है दिल्ली में रखिए, पंजाब में रखिए, हरियाणा में रखिए, कहीं भी रखने में उसके कई गैंगस्टर जो है आपस में जुड़ जाते हैं, और उसके बाद जब उसके गुर्गे जमानत पर बाहर आते हैं या किसी पैरोल में बाहर आते हैं, तो उसके बाद उसी तरह से मामलों को अंजाम देते हैं, और टारगेट किलिंग के मामले हो या अन्य मामले हो, तो एक तरह से कहा जा सकता है कि जेल में बैठा हुआ गैंगस्टर एक अपना अलग साम्राज्य तैयार कर लेता है। तो इन गैंगस्टर का वो साम्राज्य, जो गैंगस्टर का साम्राज्य है, उसको खत्म करने के लिए, उसका एक जो जाल है उसको तोड़ने के लिए जल्द ही गृह मंत्रालय के द्वारा एक बड़ा फैसला लिया जा सकता है, और इस मामले पर तमाम जांच एजेंसियों की भी एक इनपुट जो है वो लिए जा रहे हैं, और विशेष तौर पर एनआईए के द्वारा जो सुझाया गया एक सलाह है, इस मामले पर जल्द ही अमल हो सकता है। तो इस तरह से कह सकते हैं कि तमाम गैंगस्टर को लेकर किस तरह से एक बड़ा एक कहा जा सकता है कि एक कदम उठाया जाए, इसको लेकर भी पिछले कुछ समय पहले एक महत्वपूर्ण बैठक हुई थी, लेकिन जल्द ही इसको इम्प्लीमेंट किया जा सकता है। जी शुक्रिया शंकर, पूरी जानकारी के लिए। था गृह मंत्रालय ਦੇ ਵੱਲੋਂ ਇਸ ਪੂਰੇ ਮਾਮਲੇ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਗੈਂਗਸਟਰਾਂ ਨੂੰ ਲੈ ਕੇ ਸਖਤ ਗ੍ਰਹਿ ਮੰਤਰਾਲਾ, ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਸੀ, ਜਿਸ ਤੋਂ ਬਾਅਦ ਐਨਆਈਏ ਇਸ ਨੂੰ ਲੈ ਕੇ ਯੋਜਨਾ ਤਿਆਰ ਕਰ ਰਹੀ ਹੈ ਕਿ ਇਹਨਾਂ ਗੈਂਗਸਟਰਾਂ ਦੇ ਨੈਕਸਸ ਨੂੰ ਕਿਵੇਂ ਤੋੜਿਆ ਜਾਵੇ, ਕਿਉਂਕਿ ਜੇਲ੍ਹਾਂ ਦੇ ਵਿੱਚ ਅਕਸਰ ਇਹ ਗੈਂਗਸਟਰ ਇੱਕ ਦੂਸਰੇ ਨਾਲ ਮਿਲਦੇ ਨੇ, ਇੱਕ ਦੂਸਰੇ ਦੇ ਨਾਲ ਫਿਰ ਪਲਾਨਿੰਗ ਬਣਦੀ ਹੈ। ਇੰਟਰਸਟੇਟ ਜਿਹੜੇ ਗੈਂਗ ਨੇ ਉਹ ਇਸੇ ਤਰੀਕੇ ਦੇ ਨਾਲ ਕੰਮ ਕਰਦੇ ਨੇ, ਜੇਲ੍ਹਾਂ ਦੇ ਵਿੱਚ ਨੈਕਸਸ ਬਣ ਜਾਂਦਾ ਹੈ, ਤਾਂ ਉਸੇ ਨੈਕਸਸ ਨੂੰ ਤੋੜਨ ਦੇ ਲਈ ਹੁਣ ਇਹ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਨਾਰਥ ਦੀਆਂ ਜੇਲ੍ਹਾਂ ਚੋਂ ਸਾਊਥ ਦੀਆਂ ਜੇਲ੍ਹਾਂ ਦੇ ਵਿੱਚ ਇਹਨਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਮਨੋਜ ਰਾਠੀ ਸਾਡੇ ਸਹਿਯੋਗੀ ਵੀ ਲਾਈਵ ਜੁੜੇ ਹੋਏ ਨੇ। ਮਨੋਜ, ਤੁਹਾਡੇ ਕੋਲ ਕੀ ਕੁਝ ਪੂਰੀ ਜਾਣਕਾਰੀ ਇਸ ਮਾਮਲੇ ਤੇ, ਕਿਉਂਕਿ ਇਹ ਦੇਖਣ ਦੇ ਵਿੱਚ ਆਇਆ, ਜਿਵੇਂ ਸ਼ੰਕਰ ਵੀ ਜ਼ਿਕਰ ਕਰ ਰਹੇ ਸੀ, ਕਿ ਜੇਲ੍ਹਾਂ ਦੇ ਵਿੱਚ ਇੱਕ ਤੋਂ ਦੂਸਰੇ ਜਿਹੜੇ ਅਪਰਾਧੀ ਨੇ ਉਹ ਆਪਸ ਦੇ ਵਿੱਚ ਕਿਵੇਂ ਦੋਸਤੀਆਂ ਹੁੰਦੀਆਂ ਨੇ, ਮਿਲ ਜਾਂਦੇ ਨੇ ਇੱਕ ਦੂਸਰੇ ਦੇ ਨਾਲ, ਇਹ ਨੈਕਸਸ ਕ੍ਰੀਏਟ ਹੋ ਜਾਂਦਾ ਹੈ। ਵੱਖੋ ਵੱਖਰੇ ਜਿਹੜੇ ਸੂਬਿਆਂ ਦੇ ਗੈਂਗਸਟਰ ਨੇ ਜਾਂ ਫਿਰ ਅੱਤਵਾਦੀ ਨੇ, ਤਾਂ ਹੁਣ ਉਸੇ ਨੈਕਸਸ ਨੂੰ ਤੋੜਨ ਦੀ ਕਿਤੇ ਨਾ ਕਿਤੇ ਤਿਆਰੀ ਕੀਤੀ ਜਾ ਰਹੀ ਹੈ। ਬਿਲਕੁਲ ਦੇਖੋ ਅਸ਼ਦੀਪ, ਇਹਦੇ ਵਿੱਚ ਬਿਲਕੁਲ ਚਿੰਤਾ ਦਾ ਵਿਸ਼ਾ ਹੈ, ਜਿੱਦਾਂ ਮੇਰੇ ਸਹਿਯੋਗੀ ਸ਼ੰਕਰ ਆਨੰਦ ਵੀ ਦੱਸ ਰਹੇ ਸੀਗੇ ਕਿ ਕਿਸ ਤਰ੍ਹਾਂ ਇੱਕ ਪ੍ਰਸਤਾਵ ਜਿਹੜਾ ਇੱਕ ਪ੍ਰਪੋਜ਼ਲ ਦਿੱਤਾ ਗਿਆ ਹੈ ਗ੍ਰਹਿ ਮੰਤਰਾਲੇ ਨੂੰ। ਇਹਦੇ ਵਿੱਚ ਕਈ ਐਗਜ਼ਾਮਪਲ ਜਿਹੜੇ ਹੈ ਉਹ ਦਿੱਤੇ ਗਏ ਨੇ। ਹਾਲਾਂਕਿ ਇਹ ਲਗਾਤਾਰ ਜਿਹੜੀ ਮੀਟਿੰਗਸ ਹੈ ਉਹਦਾ ਦੌਰ ਚੱਲ ਰਿਹਾ ਹੈ, ਕਿਉਂਕਿ ਕਈ ਇਸ ਤਰ੍ਹਾਂ ਦੀ ਚੀਜ਼ਾਂ, ਜੇ ਆਪਾਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਈਏ, ਚਾਹੇ ਉਹ ਸਿੱਧੂ ਮੂਸੇਵਾਲੇ ਦਾ ਮਰਡਰ ਹੋਵੇ, ਉਹਦੇ ਵਿੱਚ ਵੀ ਜੇਲ੍ਹ ਕਨੈਕਸ਼ਨ ਸਾਹਮਣੇ ਆਇਆ ਸੀਗਾ ਕਿ ਜੇਲ੍ਹ 'ਚ ਬਹਿ ਕੇ ਕਿਸ ਤਰ੍ਹਾਂ ਜਿਹੜਾ ਗੈਂਗਸਟਰਾਂ ਦਾ ਪੂਰੀ ਪਲੈਨਿੰਗ ਹੋਈ। आरपीजी अटैक, स्टेट इंटेलिजेंट हैडक्वार्टर के बाद जो ग्रेनेड अटैक हुआ, ਉਹਦੇ ਵਿੱਚ ਵੀ ਜੇਲ੍ਹਾਂ ਦਾ ਕਨੈਕਸ਼ਨ ਸਾਹਮਣੇ ਆਇਆ ਕਿ ਜੇਲ੍ਹ 'ਚ ਬਹਿ ਕੇ ਕਿਸ ਤਰ੍ਹਾਂ, ਚਾਹੇ ਉਹ ਰਿੰਦਾ ਦੀ ਗੱਲ ਕਰ ਲਈਏ, ਚਾਹੇ ਉਹ ਲਾਰੈਂਸ ਬਿਸ਼ਨੋਈ ਦੀ ਗੱਲ ਕਰੀਏ, ਗੋਲਡੀ ਬਰਾੜ ਦੀ ਗੱਲ ਕਰੀਏ, ਇਹਨਾਂ ਦਾ ਆਪਸੀ ਕਨੈਕਸ਼ਨ ਕਿਸ ਤਰ੍ਹਾਂ ਦਾ ਸਾਹਮਣੇ ਆ ਰਿਹਾ, ਕਿਉਂਕਿ ਇਹ ਸਾਰਾ ਜਿਹੜਾ ਪ੍ਰਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ ਕਾਊਂਟਰ ਇੰਟੈਲੀਜੈਂਸ ਖੁਫੀਆ ਏਜੰਸੀ ਵੱਲੋਂ, ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਪਿਛਲੇ ਦਿਨਾਂ ਦੀ ਅਸੀਂ ਜੇਕਰ ਥੋੜੀ ਜਿਹੀ ਰਿਪੋਰਟ ਦੇਖੀਏ, ਰੀਸੈਂਟ ਜਿਹੜਾ ਡੇਰਾ ਪ੍ਰੇਮੀ ਦੀ ਹੱਤਿਆ ਹੋਈ ਹੈ ਪ੍ਰਦੀਪ ਦੀ, ਉਹਦੇ ਵਿੱਚ ਵੀ ਜੇਲ੍ਹ ਕਨੈਕਸ਼ਨ ਸਾਹਮਣੇ ਆਇਆ ਕਿ ਜੇਲ੍ਹ 'ਚ ਬੈਠੇ ਕਿਸ ਤਰ੍ਹਾਂ ਹਰਜਿੰਦਰ ਰਾਜੂ, ਬੋਲਾ ਸਿੰਘ ਖਾਲਸਾ, ਇਹ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਉਹਨਾਂ ਨੇ ਕਿਸ ਤਰ੍ਹਾਂ ਪਲਾਨ ਕੀਤੀ। ਸਿੱਧੂ ਮੂਸੇਵਾਲਾ ਦਾ ਤੁਸੀਂ ਵੇਖੋ, ਸਿਰਾਜ ਮਿੰਟੂ, ਮਨਪ੍ਰੀਤ ਮੰਨਾ, ਉਹਨਾਂ ਨੇ ਜੇਲ੍ਹ 'ਚ ਬਹਿ ਕੇ ਇਹ ਸਾਰਾ ਕਮਿਊਨੀਕੇਸ਼ਨ ਕਿਸ ਤਰ੍ਹਾਂ ਚੱਲ ਰਿਹਾ। ਰਿੰਦਾ ਜਿਹੜਾ ਪਾਕਿਸਤਾਨ 'ਚ ਬਹਿ ਕੇ ਕਿਸ ਤਰ੍ਹਾਂ ਉਹ ਕਰ ਰਿਹਾ ਸੀਗਾ ਲਾਰੈਂਸ ਦੇ ਨਾਲ, ਇਹ ਥੋੜੇ ਦਿਨ ਪਹਿਲੇ, ਯਾਨੀ ਕਿ 7-8 ਸਾਲ ਪਹਿਲਾਂ ਰਿੰਦਾ ਜੇਲ੍ਹ 'ਚ ਮਿਲਿਆ ਸੀ ਲਾਰੈਂਸ ਬਿਸ਼ਨੋਈ ਨੂੰ, ਉੱਥੇ ਹੀ ਉਹਨਾਂ ਦੀ ਦੋਸਤੀ ਹੋਈ ਔਰ ਉੱਥੋਂ ਹੀ ਨੈਕਸਸ ਉਹਨਾਂ ਦਾ ਸਟਾਰਟ ਹੋਇਆ। ਇਹ ਸਾਰੀ ਚੀਜ਼ਾਂ ਨੂੰ ਵੇਖ ਕੇ ਇੱਕ ਰਿਪੋਰਟ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ, ਜਿਹੜੇ ਸੋਰਸਿਸ ਦੱਸ ਰਹੇ ਇਹ ਹੀ ਨਹੀਂ ਬਲਕਿ ਜਿਹੜੇ ਕਈ ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਹੈ ਗੁਜਰਾਤ ਮੁद्रा पोर्ट तो ਜਿਹੜੇ ਸੀ पोर्ट ਤੋਂ, ਉਹਦੇ ਵਿੱਚ ਵੀ ਜੇਲ੍ਹਾਂ 'ਚ ਬਹਿ ਕੇ ਜਿਹੜੇ ਗੈਂਗਸਟਰ ਨੇ, ਜਿਹੜੇ ਡਰੱਗ ਤਸਕਰ ਨੇ, ਉਹਨਾਂ ਦੀ ਇਨਵੋਲਵਮੈਂਟ ਸਾਹਮਣੇ ਆਈ ਹੈ। ਇਸ ਕਰਕੇ ਜਿਹੜੀ ਰਿਪੋਰਟ ਹੈ, ਯਾਨੀ ਕਿ ਜੇਲ੍ਹਾਂ 'ਚ ਜਿਹੜਾ ਗੈਂਗਸਟਰ ਔਰ ਟੈਰਰਿਸਟ ਔਰ ਡਰੱਗ ਸਮਗਲਰਸ ਦਾ ਜਿਹੜਾ ਨੈਕਸਸ ਚੱਲ ਰਿਹਾ ਹੈ, ਬਹੁਤ ਵੱਡੇ ਲੈਵਲ ਤੇ ਇਹ ਨੈਕਸਸ ਚੱਲ ਰਿਹਾ ਹੈ, ਇਹਨੂੰ ਅਸੀਂ ਕਿਸ ਤਰ੍ਹਾਂ ਬ੍ਰੇਕ ਕਰੀਏ। ਤਾਂ ਇਹ ਜਿਹੜੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਜਿਹੜੇ ਸੋਰਸਿਸ ਦੱਸ ਰਹੇ ਹਨ, ਉਹਦੇ ਵਿੱਚ ਜਿਹੜੇ ਜੇਲ੍ਹਾਂ 'ਚ ਬੈਠੇ ਗੈਂਗਸਟਰ ਨੇ, ਡਰੱਗ ਤਸਕਰ ਨੇ, ਟੈਰਰਿਸਟ ਨੇ, ਉਹਨਾਂ ਨੂੰ ਸਾਊਥ ਦੀ ਜੇਲ੍ਹਾਂ 'ਚ शिफ्ट करने की गल की जा रही है। तुसीं फायदे देखो ਉਹਦੇ 'ਚ ਕੀ ਹੈ। फायदा नंबर 1 कि ਉਹਨਾਂ ਦਾ ਜਿਹੜਾ ਆਪਸੀ ਜਿਹੜੀ ਕਮਿਊਨੀਕੇਸ਼ਨ ਹੈ ਲੈਂਗੁਏਜ ਦੀ, ਉਹ ਵੀ ਜਿਹੜੀ ਹੈਗੀ ਇੱਕ ਦੂਜੇ ਨੂੰ ਨਹੀਂ ਸਮਝ ਪਾएंगे। ਉਹਨਾਂ ਦਾ ਜਿਹੜਾ ਆਪਸੀ ਨੈਕਸਸ, ਜਿਹੜਾ ਆਪਸੀ ਜਿਹੜਾ ਗੈਂਗਸਟਰ ਨੇ, ਆਤੰਕੀ ਨੇ, ਉਹਨਾਂ ਦਾ ਸੰਬੰਧ ਜਿਹੜਾ ਹੈ ਉਹ ਨਹੀਂ ਪਾਏਗਾ ਬਣ। ਡਰੱਗ ਸਮਗਲਰ ਜਿਹੜੇ ਹੈਗੇ ਉਹ ਆਪਸੀ ਰਿਲੇਸ਼ਨ ਨਹੀਂ ਬਣਾ ਪਾਕੇ, ਕਿਉਂਕਿ ਇਹਨਾਂ ਦਾ ਜਿਹੜਾ ਨੈਕਸਸ ਹੈ ਉਹ ਜੇਲ੍ਹਾਂ 'ਚ ਬੈਠੇ ਜਿਹੜੇ ਵੀ ਗੈਂਗਸਟਰ ਨੇ, ਉਹ ਸਾਰੇ ਜਿਹੜਾ ਪਾਕਿਸਤਾਨ 'ਚ ਬੈਠੇ ਜਿਹੜੇ ਵੀ ਡਰੱਗ ਤਸਕਰ ਨੇ ਜਾਂ ਫਿਰ ਵਿਦੇਸ਼ 'ਚ ਬੈਠੇ ਜਿਹੜੇ ਵੀ ਗੈਂਗਸਟਰ ਨੇ, ਉਹਨਾਂ ਨਾਲ ਹੋ ਜਾਂਦਾ। ਫਿਰ ਉਹਨਾਂ ਦੇ ਗੁਰਗੇ ਕੰਮ ਕਰਦੇ ਆ, ਚਾਹੇ ਉਹ ਰੰਗਦਾਰੀ ਦੀ ਗੱਲ ਹੋਵੇ, ਚਾਹੇ ਉਹ ਡਰੱਗਸ ਤਸਕਰੀ ਦੀ ਗੱਲ ਹੋਵੇ, ਚਾਹੇ ਉਹ ਵੈਪਨ ਤਸਕਰੀ ਦੀ ਗੱਲ ਹੋਵੇ, ਚਾਹੇ ਉਹ ਟਾਰਗੇਟ ਕਿਲਿੰਗ ਦੀ ਗੱਲ ਹੋਵੇ, ਕਿਉਂਕਿ ਬਹੁਤ ਸਾਰੇ ਐਗਜ਼ਾਮਪਲ ਜਿਹੜੇ ਹੈ ਕਾਊਂਟਰ ਇੰਟੈਲੀਜੈਂਸ ਵੱਲੋਂ ਵੀ ਰਿਪੋਰਟ ਜਿਹੜੀ ਦਿੱਤੀ ਗਈ ਹੈ, ਕਿਉਂਕਿ ਇਹ ਬਹੁਤ ਵੱਡਾ ਇਸ਼ੂ ਹੈ, ਬਹੁਤ ਵੱਡਾ ਇਸ਼ੂ ਹੈ
ਕਿਸੇ ਵੀ ਤੁਸੀਂ ਕੋਈ ਵੀ ਵੱਡਾ ਕਾਂਡ ਹੁੰਦਾ ਹੈ, ਕੋਈ ਵੀ ਵੱਡੀ ਟਾਰਗੇਟ ਕਿਲਿੰਗ ਜਾਂ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਨੂੰ ਅੰਜਾਮ ਦਿੰਦੀ, ਉਹਦਾ ਸਾਰਾ ਕਨੈਕਸ਼ਨ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਕਿ ਜੇਲ੍ਹ 'ਚ ਬਹਿ ਕੇ ਕਈ ਚੀਜ਼ਾਂ ਮੁਹੱਈਆ ਕਰਾਈ। ਜੇਲ੍ਹ 'ਚ ਬਹਿ ਕੇ ਉਹਨਾਂ ਨੇ ਆਪਣੇ ਗੁਰਗਿਆਂ ਨੂੰ ਕਿਹਾ। ਸਿੱਧੂ ਮੂਸੇਵਾਲੇ ਦਾ ਮਰਡਰ ਤੁਸੀਂ ਵੇਖੋ, ਸਟਾਰਟਿੰਗ ਕਿੱਥੋਂ ਹੋਈ, ਸੇਮ ਸਿਰਾਜ ਮਿੰਟੂ ਜਿਹੜਾ ਜੇਲ੍ਹ 'ਚ ਬਹਿ ਕੇ ਉਹਨੇ ਸਾਰੀ ਚੀਜ਼ਾਂ ਮੁਹੱਈਆ ਕਰਾਉਣ ਦੀ ਗੱਲ ਜਿਹੜੀ ਸਾਹਮਣੇ ਆਈ। ਮਨਪ੍ਰੀਤ ਮੰਨਾ ਦੀ ਗੱਲ ਸਾਹਮਣੇ ਆਈ। ਡੇਰਾ ਪ੍ਰੇਮੀ ਦੀ ਤੁਸੀਂ ਗੱਲ ਕਰ ਲਓ, ਇਹਦੇ ਵਿੱਚ ਵੀ ਜੇਲ੍ਹ 'ਚ ਬਹਿ ਕੇ RPG ਅਟੈਕ ਦੀ ਤੁਸੀਂ ਗੱਲ ਕਰ ਲਓ, ਉਹਦੇ ਵਿੱਚ ਵੀ ਇਹ ਸਾਰੀ ਚੀਜ਼ਾਂ ਦਾ ਜਿਹੜੇ ਵੱਡੇ ਵੱਡੇ ਅਸੀਂ ਗੱਲ ਕਰ ਰਹੇ ਹਾਂ, ਛੋਟੇ ਮੋਟੇ ਤਾਂ ਹਜੇ ਬਾਕੀ ਹੈ। ਇਹ ਸਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ ਪੂਰਾ ਪ੍ਰਪੋਜ਼ਲ ਤਿਆਰ ਕਰਕੇ ਇੱਕ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਤਾਂ ਕਹਿ ਸਕਦੇ ਹਾਂ ਕਿ ਜਲਦੀ ਇਹਦੇ ਵਿੱਚ ਫੈਸਲਾ ਵੀ ਹੋ ਸਕਦਾ ਹੈ, ਕਿਉਂਕਿ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ੇ ਹੈ ਕਿ ਜੇਲ੍ਹਾਂ 'ਚੋਂ ਲਗਾਤਾਰ ਮੋਬਾਈਲਸ ਮਿਲਦੇ ਹਨ, ਲਗਾਤਾਰ ਜਿਹੜੇ ਕਨੈਕਸ਼ਨ ਸਾਹਮਣੇ ਆਉਂਦੇ ਹਨ ਕਿ ਜਿਹੜੇ ਗੈਂਗਸਟਰ ਨੇ, ਟੈਰਰਿਸਟ ਨੇ, ਡਰਗ ਤਸਕਰ ਨੇ, ਉਹਨਾਂ ਦੇ ਆਪਸੀ ਜਿਹੜੇ ਰਿਲੇਸ਼ਨ ਨੇ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਚੁੱਕੇ ਨੇ, ਜਿਸ ਕਰਕੇ ਉਹਨਾਂ ਦੀ ਪੂਰੀ ਜਿਹੜੀ ਤਸਕਰੀ ਹੈ ਜਾਂ ਫਿਰ ਆਪਸੀ ਟਾਰਗੇਟ ਕਿਲਿੰਗ ਹੈ ਜਾਂ ਫਿਰ ਰੰਗਦਾਰੀ ਦੀ ਜਿਹੜੀ ਗੇਮ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਹੈ। ਇਸ ਕਰਕੇ NIA ਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹਦੇ ਵਿੱਚ ਹੋ ਸਕਦਾ ਹੈ ਔਰ ਗ੍ਰਹਿ ਮੰਤਰਾਲੇ ਇਹਦੇ ਵਿੱਚ ਲਗਾਤਾਰ ਇਹਦੇ ਵਿੱਚ ਕੰਮ ਕਰ ਰਿਹਾ ਹੈ। ਲਗਾਤਾਰ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹ ਮੰਗੀ ਜਾ ਰਹੀ ਹੈ। ਪਿਛਲੇ ਦਿਨਾਂ ਜਿੱਦਾਂ ਮੇਰੇ ਸਹਿਯੋਗੀ ਨੇ ਵੀ ਦੱਸਿਆ ਕਿ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਔਰ ਇਸ ਵਾਰ ਫਿਰ ਇੱਕ ਰਿਪੋਰਟ ਜਿਹੜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਇਹ ਸਾਰੀ ਚੀਜ਼ਾਂ ਨੂੰ ਲੈ ਕੇ, ਕਿਉਂਕਿ ਪੰਜਾਬ ਦੀ ਅਸੀਂ ਗੱਲ ਕਰ ਲਏ, ਪੰਜਾਬ ਦੇ ਨਾਲ ਹੋਰ ਵੀ ਜਿਹੜੇ ਹਰਿਆਣਾ ਦੀ ਜੇਲ੍ਹਾਂ 'ਚ ਬੈਠੇ ਜਾਂ ਫਿਰ ਦਿੱਲੀ ਦੀ ਜੇਲ੍ਹਾਂ 'ਚ ਬੈਠੇ ਹੈ, ਕਈ ਇਸ ਤਰ੍ਹਾਂ ਦੇ ਜਿਹੜੇ ਗੈਂਗਸਟਰ ਨੇ ਉਹਨਾਂ ਨੇ ਆਪਣਾ ਨੈਕਸਸ ਜਿਹੜਾ ਹੈ ਉਹ ਜੇਲ੍ਹਾਂ 'ਚ ਬਹਿ ਕੇ ਤਿਆਰ ਕੀਤਾ ਹੋਇਆ। ਇਸ ਕਰਕੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਖਿਰ ਇਹਦੇ ਤੇ ਕਿਸ ਤਰ੍ਹਾਂ ਸੋਲੂਸ਼ਨ ਜਿਹੜਾ ਉਹ ਕੱਢਿਆ ਜਾਵੇ। ਇਹ ਕਿਸ ਤਰ੍ਹਾਂ ਜਿਹੜਾ ਨੈਕਸਸ ਹੈ ਜੇਲ੍ਹਾਂ 'ਚ ਜਿਹੜੇ ਬੈਠੇ ਗੈਂਗਸਟਰ ਨੇ ਜਾਂ ਜਿਹੜੇ ਡਰਗ ਤਸਕਰ ਹੈ ਉਹਨਾਂ ਦਾ ਜਿਹੜਾ ਨੈਕਸਸ ਹੈ ਉਹ ਕਿਸ ਤਰ੍ਹਾਂ ਬ੍ਰੇਕ ਕੀਤਾ ਜਾਵੇ, ਕਿਉਂਕਿ ਸਾਰੀ ਚੀਜ਼ਾਂ ਇੱਥੋਂ ਨਿਕਲ ਕਰ ਸਾਹਮਣੇ ਆਉਂਦੀ ਹੈ, ਸਾਰੇ ਜਿਹੜੇ ਨੈਕਸਸ ਹੈ ਉਹ ਇੱਥੋਂ ਨਿਕਲ ਕਰ ਸਾਹਮਣੇ ਆਉਂਦੇ। ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਆਖਿਰ ਇਸ ਨੈਕਸਸ ਨੂੰ ਆਪਾਂ ਕਿਸ ਤਰ੍ਹਾਂ ਬ੍ਰੇਕ ਕਰੀਏ। ਇਸ ਕਰਕੇ ਇਹ ਜਿਹੜਾ ਫੈਸਲਾ ਹੈ ਉਹ ਜਲਦੀ ਕਹਿ ਸਕਦੇ ਹਾਂ ਕਿ ਇੰਪਲੀਮੈਂਟ ਵੀ ਹੋ ਸਕਦਾ। ਇਹਦੇ ਤੇ ਲਗਾਤਾਰ ਵਿਚਾਰ ਕੀਤਾ ਜਾ ਰਿਹਾ, ਲਗਾਤਾਰ ਇਹਦੇ ਵਿੱਚ ਪ੍ਰਪੋਜ਼ਲ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ ਔਰ ਕਈ ਚੀਜ਼ਾਂ ਜਿਹੜੇ ਹੈਗੇ, ਕਈ ਵੱਡੇ ਐਗਜ਼ਾਮਪਲ ਜਿਹੜੇ ਹੈ ਉਹ NIA ਵੱਲੋਂ ਅੱਗੇ ਦਿੱਤੇ ਗਏ ਨੇ, ਜਿਹਦੇ ਵਿੱਚ ਇਹ ਕਈ ਚੀਜ਼ਾਂ ਤੇ ਇੰਪਲੀਮੈਂਟ ਜਿਹੜਾ ਹੋ ਸਕਦਾ ਹੈ। ਇਸ ਕਰਕੇ ਕਹਿ ਸਕਦੇ ਕਿ ਬਹੁਤ ਚਿੰਤਾ ਦਾ ਵਿਸ਼ੇ ਹੈ ਕਿ ਜੇਲ੍ਹਾਂ 'ਚ ਬੈਠੇ ਜਿਸ ਤਰ੍ਹਾਂ ਦੇ ਜਿਹੜੇ ਵੱਡੇ ਲੈਵਲ ਦੇ ਗੈਂਗਸਟਰ ਨੇ, ਖਾਸ ਕਰ ਇਹ ਕੈਟੇਗਰੀ ਦੇ ਜਿਹੜੇ ਗੈਂਗਸਟਰ ਨੇ, ਉਹ ਕਿਸ ਤਰ੍ਹਾਂ ਆਪਣਾ ਨੈਕਸਸ ਚਲਾ ਰਹੇ ਹਨ। ਅਜਦੀਪ ਬਿਲਕੁਲ ਜੀ, ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਇਹ ਨੈਕਸਸ ਹੁਣ ਨਹੀਂ ਚੱਲੇਗਾ, ਨੈਕਸਸ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਇਸੇ ਦੇ ਲਈ ਪ੍ਰਪੋਜ਼ਲ ਦਿੱਤਾ ਗਿਆ ਹੈ, ਜਿਵੇਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ ਕਿ NIA ਦੇ ਵੱਲੋਂ ਪ੍ਰਪੋਜ਼ਲ ਦਿੱਤਾ ਗਿਆ ਹੈ। NIA ਦੇ ਵੱਲੋਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਸ ਨੈਕਸਸ ਨੂੰ ਤੋੜਿਆ ਕਿਵੇਂ ਜਾਵੇ ਤੇ ਇੱਕ ਵਿਸ਼ੇਸ਼ ਪਲਾਨ ਤਿਆਰ ਕੀਤਾ ਜਾ ਰਿਹਾ ਜਿਸ ਦੇ ਤਹਿਤ ਨਾਰਥ ਤੋਂ ਸਾਊਥ ਦੀਆਂ ਜੇਲ੍ਹਾਂ ਦੇ ਵਿੱਚ ਵੱਡੇ ਗੈਂਗਸਟਰਾਂ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ। ਅੱਗੇ ਵਧਦੇ ਹਾਂ, ਪਟਨਾ ਸਾਹਿਬ ਦੇ ਜਥੇਦਾਰ ਨੂੰ ਐਂਟਰੀ ਨਹੀਂ ਮਿਲੀ। ਅਕਾਲ ਤਖਤ ਸਕੱਤਰੇਤ ਦੇ ਦਰਵਾਜ਼ੇ ਉਹਨਾਂ ਦੇ ਲਈ ਨਹੀਂ ਖੁੱਲੇ। ਰਣਜੀਤ ਸਿੰਘ ਗੌਹਰ ਨੂੰ ਦੇਖ ਕੇ ਸੁਰੱਖਿਆ ਕਰਮੀਆਂ ਨੇ ਦਰਵਾਜ਼ਾ ਬੰਦ ਕਰ ਲਿਆ। ਐਂਟਰੀ ਨਾ ਮਿਲਣ ਤੇ ਬਾਹਰ ਹੀ ਰਣਜੀਤ ਸਿੰਘ ਬੈਂਚ ਤੇ ਬੈਠ ਗਏ। ਜਥੇਦਾਰਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਸੀ। ਪਟਨਾ ਸਾਹਿਬ ਦੇ 5 ਪਿਆਰਿਆਂ ਨੇ ਪੰਥ ਤੋਂ ਉਹਨਾਂ ਨੂੰ ਛੇਕ ਦਿੱਤਾ ਹੈ, ਜਿਸ ਤੋਂ ਬਾਅਦ ਐਂਟਰੀ ਨਹੀਂ ਮਿਲੀ। ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵਿੱਚ ਪਹੁੰਚੇ ਸੀ ਜਥੇਦਾਰਾਂ ਦੀ ਮੀਟਿੰਗ ਦੇ ਲਈ, ਲੇਕਿਨ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਦਿੱਤਾ। ਐਂਟਰੀ ਨਹੀਂ ਮਿਲੀ, ਜਿਸ ਤੋਂ ਬਾਅਦ ਉਹ ਬਾਹਰ ਹੀ ਬੈਂਚ ਤੇ ਬੈਠ ਗਏ। ਅਕਾਲ ਤਖਤ ਸਕੱਤਰੇਤ ਦੇ ਦਰਵਾਜ਼ੇ ਉਹਨਾਂ ਦੇ ਲਈ ਨਹੀਂ ਖੋਲੇ ਗਏ। ਉਹਨਾਂ ਨੂੰ ਦੇਖ ਕੇ ਸੁਰੱਖਿਆ ਕਰਮੀਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਐਂਟਰੀ ਨਹੀਂ ਮਿਲੀ, ਜਿਸ ਤੋਂ ਬਾਅਦ ਉਹ ਬਾਹਰ ਹੀ ਬੈਂਚ ਤੇ ਬੈਠ ਗਏ। ਜਥੇਦਾਰਾਂ ਦੀ ਮੀਟਿੰਗ 'ਚ ਸ਼ਾਮਲ ਹੋਣ ਦੇ ਲਈ ਪਹੁੰਚੇ ਸੀ। 5 ਪਿਆਰਿਆਂ ਨੇ ਉਹਨਾਂ ਨੂੰ ਪੰਥ ਤੋਂ ਛੇਕਿਆ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਅਕਾਲ ਤਖਤ ਸਕੱਤਰੇਤ ਦੇ ਵਿੱਚ ਐਂਟਰੀ ਨਹੀਂ ਮਿਲੀ। ਤਖਤ ਪਟਨਾ ਸਾਹਿਬ ਦਾ ਆਪਣਾ ਹੀ ਹੁਕਮਨਾਮਾ ਹੈ ਕਿ ਨਹੀਂ ਹੈ ਅਧਿਕਾਰ ਹੈ, ਉਹ ਨਹੀਂ ਕਰ ਸਕਦੇ। ਲੇਕਿਨ ਤੁਹਾਨੂੰ ਗੈਰ ਵਿਧਾਨਕ ਢੰਗ ਨਾਲ, ਹਾਂਜੀ, ਗੈਰ ਵਿਧਾਨਕ ਔਰ ਗੈਰ ਧਾਰਮਿਕ, ਉਹਨਾਂ ਨੇ ਦੇਖਿਆ ਹੀ ਨਹੀਂ ਵੀ ਗੈਰ ਕੀ ਹੈ ਤੇ ਨਾ ਗੈਰ ਕੀ ਹੈ। ਪਿੱਛੇ ਕੋਈ ਸਾਜ਼ਿਸ਼ਾਂ ਨੇ? ਹੋ ਸਕਦਾ ਕੋਈ ਸਾਜ਼ਿਸ਼ ਵੀ ਹੋਵੇ, ਪਰ ਜੇਕਰ ਤੁਹਾਨੂੰ ਪੱਖ ਸੁਣਨ ਲਈ ਤੁਸੀਂ ਕਹਿ ਰਹੇ ਹੋ ਕਿ ਆਪਣਾ ਪੱਖ ਰੱਖੋਗੇ ਆਪਣਾ, ਜੇਕਰ ਤੁਹਾਨੂੰ ਸੱਦਿਆ ਜਾਊਗਾ ਜਾਂ ਪਟਨਾ ਸਾਹਿਬ ਕਿ ਸੱਦਿਆ ਜਾਵੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ, ਸਿੱਖ ਬੁੱਧੀਜੀਵੀ ਬੈਠਣ, ਜਥੇਦਾਰ ਸਾਹਿਬਾਨ ਬੈਠਣ, ਜਿੱਥੇ ਸੱਦਿਆ ਜਾਵੇ ਦੁਨੀਆ 'ਚ ਉੱਥੇ ਚਲੇ ਜਾਵਾਂਗੇ। ਮੈਂ ਤਾਂ ਪਟਨਾ ਸਾਹਿਬ ਵੀ ਗਿਆ। ਬਾਬਾ ਚਿਰ ਦਾ ਮਾਮਲਾ ਚੱਲ ਰਿਹਾ ਸੀ, ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਪਹਿਲਾਂ ਵੀ ਸੰਪਰਕ ਕੀਤਾ ਸੀ? ਬੜੀ ਵਾਰੀ ਮਿਲਣ ਦਾ ਯਤਨ ਕੀਤਾ ਪਰ ਮੇਲ ਨਹੀਂ ਹੋ ਸਕਿਆ।
ਕੋਈ ਚਿੱਠੀ ਪੱਤਰ ਸਾਨੂੰ ਭੇਜਿਆ ਇਹਨਾਂ ਨੂੰ? ਹਾਂਜੀ, ਉਸੇ ਦਿਨ ਹੀ 11 ਸਤੰਬਰ ਨੂੰ ਹੀ ਭੇਜਿਆ ਸੀ, ਮੇਲ ਕੀਤਾ ਸੀ ਸਾਰਾ, ਹਾਂਜੀ ਤੇ ਉਹ ਉਹਨਾਂ ਕੋਲ ਹੈਗਾ। ਠੀਕ ਹੈ। ਤੁਹਾਨੂੰ ਪ੍ਰਬੰਧਕ ਕਮੇਟੀ ਨੇ ਬਹਾਲ ਵੀ ਕਰ ਦਿੱਤਾ ਸੀ ਪਿੱਛੇ ਜੀ? ਹਾਂ, ਉਹ ਬਹਾਲ ਹੀ ਆ ਸੀ, ਅੱਛਾ ਜੀ। ਉਹਦੇ 'ਚ ਕੋਈ ਨਹੀਂ ਗੱਲ, ਉਹ ਬਹਾਲ ਲੇਕਿਨ ਹੀ। ਜਿਹੜਾ ਕੱਲ ਹੁਕਮਨਾਮਾ ਜਾਰੀ ਕੀਤਾ ਜਿਹਦੇ ਮੁਤਾਬਕ ਤੁਹਾਨੂੰ ਤੇ ਸਰਦਾਰ ਇੰਦਰਜੀਤ ਸਿੰਘ ਨੂੰ ਪੰਥ ਚ ਛੇੜ ਦਿੱਤਾ ਜੀ, ਪੰਥ 'ਚੋਂ ਛੇਕਣ ਦਾ ਅਧਿਕਾਰ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ, ਠੀਕ ਹੈ, ਉਹ ਹੋਰ ਕਿਸੇ ਸਥਾਨਕ ਤਖਤ ਦਾ ਅਧਿਕਾਰ ਨਹੀਂ। ਔਰ ਉਹ ਵੀ 5 ਸਿੰਘ ਸਾਹਿਬਾਨ ਬੈਠਣ, 5 ਤਖਤਾਂ ਜਥੇਦਾਰ ਬੈਠਣ, ਔਰ ਇੱਕ ਜਥੇਦਾਰ ਨੂੰ ਮਤਲਬ ਪੰਥ 'ਚੋਂ ਛੇਕਣਾ ਜਿਹੜਾ ਉਹ ਮਜ਼ਾਕ। ਦਰਅਸਲ ਰਣਜੀਤ ਸਿੰਘ ਗੌਹਰ ਦੇ ਜਥੇਦਾਰ ਬਣੇ ਰਹਿਣ ਤੇ ਹੀ ਵਿਵਾਦ ਹੈ। ਇੱਕ ਦਿਨ ਪਹਿਲਾਂ ਹੀ ਪਟਨਾ ਸਾਹਿਬ ਦੇ 5 ਪਿਆਰਿਆਂ ਨੇ ਰਣਜੀਤ ਸਿੰਘ ਗੌਹਰ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਹੈ, ਜਦਕਿ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਛੇਕਣ ਦਾ ਅਧਿਕਾਰ ਤਖਤ ਸ੍ਰੀ ਪਟਨਾ ਸਾਹਿਬ ਨੂੰ ਨਹੀਂ ਸਗੋਂ ਅਕਾਲ ਤਖਤ ਸਾਹਿਬ ਨੂੰ ਹੈ। ਤਾਂ ਐਂਟਰੀ ਨਹੀਂ ਮਿਲੀ, ਜਿਸ ਤੋਂ ਬਾਅਦ ਉੱਥੇ ਹੀ ਇੰਤਜ਼ਾਰ ਕਰਦੇ ਰਹੇ ਰਣਜੀਤ ਸਿੰਘ ਗੌਹਰ, ਉੱਥੇ ਹੀ ਬਾਹਰ ਬੈਂਚ ਤੇ ਬੈਠ ਗਏ। ਅਕਾਲ ਤਖਤ ਸਾਹਿਬ ਤੇ ਐਂਟਰੀ ਉਹਨਾਂ ਨੂੰ ਨਹੀਂ ਮਿਲੀ। 5 ਪਿਆਰਿਆਂ ਨੇ ਪੰਥ ਦੇ ਵਿੱਚੋਂ ਛੇਕ ਦਿੱਤਾ, ਜਿਸ ਤੋਂ ਬਾਅਦ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਸਕੱਤਰੇਤ 'ਚ ਐਂਟਰੀ ਨਹੀਂ ਮਿਲੀ। ਹਾਲਾਂਕਿ ਰਣਜੀਤ ਸਿੰਘ ਗੌਹਰ ਦਾ ਕਹਿਣਾ ਹੈ ਕਿ ਇਹ ਅਧਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ, 5 ਪਿਆਰਿਆਂ ਦੇ ਕੋਲ ਨਹੀਂ। ਸਾਡੇ ਨਾਲ ਇਸ ਵੇਲੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਜੁੜੇ ਨੇ। ਗਰੇਵਾਲ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇਹ ਸਭ ਨੂੰ ਕਿਵੇਂ ਦੇਖਿਆ ਜਾਵੇ? ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਅਕਾਲ ਤਖਤ ਦੇ ਸਕੱਤਰੇਤ ਦੇ ਵਿੱਚ ਐਂਟਰੀ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਥ ਚੋਂ ਛੇਕਣ ਦਾ ਅਧਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਹੈ, ਨਾ ਕਿ 5 ਪਿਆਰਿਆਂ ਨੂੰ। ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਇਹ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਗਈ ਹੈ। ਦੇਖੋ ਜੀ, ਅਕਾਲ ਤਖਤ ਸਾਹਿਬ ਸੁਪਰੀਮ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕੀ ਉਹਨਾਂ ਦੇ ਪ੍ਰਤੀ ਰਵੱਈਆ, ਉਹਨਾਂ ਨੂੰ ਮਿਲਣ ਦਾ ਉਹਨਾਂ ਨੇ ਨਾ ਕਰ ਦਿੱਤੀ, ਜੋ ਵੀ ਕਾਰਨ ਬਣਿਆ। ਪਰ ਮੈਂ ਨਿੱਜੀ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ ਮੈਂ ਇਸ ਗੱਲ ਲਈ ਬਹੁਤ ਜ਼ਿਆਦਾ ਆਪਣੇ ਆਪ ਨੂੰ ਇੱਕ ਕਹਿੰਦੇ ਹੁੰਦੇ ਆ ਬੜੀ ਨਮੋਸ਼ੀ ਮਹਿਸੂਸ ਕਰ ਰਿਹਾ ਕਿ ਪਟਨਾ ਸਾਹਿਬ ਸਿੱਖਾਂ ਦਾ ਇੱਕ ਤਖਤ ਹੈ, ਸਨਮਾਨਿਤ ਤਖਤ ਹੈ। ਉਸ ਤਖਤ ਦੇ ਜਥੇਦਾਰ ਦੇ ਤੌਰ ਤੇ ਗੌਹਰ ਸਾਹਿਬ ਨੇ ਜੋ ਉਹਨਾਂ ਦੇ ਵਿਵਾਦ ਬਣੇ, ਉਹ ਵਿਵਾਦਾਂ ਦੇ ਵਿੱਚ ਚਾਹੇ ਉਹ ਸੱਚੇ ਨਿਕਲੇ ਜਾਂ ਉਹਨਾਂ ਦੀ ਜਿਹੜੀ ਜੁਰਮ ਲੱਗੇ ਉਹਨਾਂ ਦੀ ਪੁਸ਼ਟੀ ਨਹੀਂ ਹੋ ਸਕੀ। ਮੈਂ ਤਾਂ ਇਹ ਬੇਨਤੀ ਕਰਨ ਜਾ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿ ਦੋਨੋਂ ਹੀ ਪੱਖ ਜਿਹੜੇ ਆ, ਚਾਹੇ ਉਹ ਗੌਹਰ ਸਾਹਿਬ ਨੇ ਤੇ ਚਾਹੇ ਉੱਥੇ ਕੋਈ ਸਮਰਾ ਨਾਂ ਦੇ ਡਾਕਟਰ ਜਿਹੜੇ ਸੀ ਜਿਨ੍ਹਾਂ ਨੇ ਉਹਨਾਂ ਤੇ ਦੋਸ਼ ਲਾਏ ਸੀ, ਉਹ ਦੋਸ਼ ਕਿੰਨੇ ਕੁ ਉਹਨਾਂ ਨੇ ਸਹੀ ਪਾਏ ਜਾਂ ਨਹੀਂ ਪਾਏ ਇਸ ਬਾਰੇ ਨਹੀਂ ਪਤਾ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਤਖਤ ਸਾਹਿਬ ਦੇ ਜਥੇਦਾਰ ਦੇ ਰੁਤਬੇ ਨੂੰ ਬੜਾ ਵੱਡੀ ਇੱਕ ਢਾਹ ਲੱਗੀ ਆ ਇਸ ਮਾਮਲੇ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਚਾਹੇ ਉਹਦੇ ਵਿੱਚ 5 ਪਿਆਰੇ ਸਾਹਿਬਾਨ ਨੇ ਕੀ ਰੋਲ ਅਦਾ ਕੀਤਾ, ਕੀ ਨਹੀਂ ਕੀਤਾ, ਇੱਕ ਸਿੱਖਾਂ ਦੀ ਇੱਕ ਮਰਜ਼ਾਦਾ ਦੇ ਤੌਰ ਤੇ ਆ। ਪਰ ਮੈਂ ਇਹ ਗੱਲ ਦੇਖਣੀ ਚਾਹੁੰਦਾ ਕਿ ਇਹ ਸਾਡੇ ਲਈ ਇੱਕ ਸ਼ਰਮਨਾਕ ਜਿਵੇਂ ਕਹਿੰਦੇ ਸਥਿਤੀ ਆ ਕਿ ਅਸੀਂ ਕਿਵੇਂ ਕਹੀਏ ਕਿ ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਜਾਣ ਦੀ ਆਗਿਆ ਨਹੀਂ ਮਿਲੀ। ਕਾਰਨ ਕਿਉਂ ਬਣੇ ਆ, ਇਹ ਹਾਲਾਤ ਕਿਉਂ ਪੈਦਾ ਹੋਏ ਨੇ? ਸੋ ਅਸੀਂ ਤਾਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਸਾਰੀਆਂ ਧਿਰਾਂ ਨੂੰ ਸੱਦ ਕੇ ਇਸ ਗੱਲ ਬਾਰੇ ਕੋਈ ਪੜਚੋਲ ਕੀਤੀ ਜਾਵੇ, ਕਮੇਟੀ ਬਣਾਈ ਜਾਵੇ ਕਿ ਜਿਹੜੇ ਲੋਕ ਜਿਹਦੇ ਜਿਹੜੇ ਕਾਰਨ ਬਣੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਜਾਵੇ, ਕਿਉਂਕਿ ਇਸ ਗੱਲ ਨਾਲ ਸਿੱਖੀ ਰੁਤਬਿਆਂ ਨੂੰ ਸੱਟ ਵੱਜਦੀ ਹੈ। ਸੋ ਜਿਹੜਾ ਇਹ ਫੈਸਲਾ ਉਹਨਾਂ ਨੂੰ ਨਾ ਮਿਲਣ ਦਾ ਸਿੰਘ ਸਾਹਿਬ ਦਾ, ਉਹ ਸਿੰਘ ਸਾਹਿਬ ਇਸ ਗੱਲ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਆ ਕਿਉਂਕਿ ਕੋਈ ਉਹਨਾਂ ਨੇ ਇਸ ਸੰਬੰਧੀ ਬਿਆਨ ਜਾਰੀ ਨਹੀਂ ਕੀਤਾ। ਪਰ ਅਸੀਂ ਤਾਂ ਅਪੀਲ ਕਰਾਂਗੇ ਇੱਕ ਸਿੱਖ ਹੋਣ ਦੇ ਨਾਤੇ ਸਿੰਘ ਸਾਹਿਬ ਨੂੰ ਅਸੀਂ ਚਿੱਠੀ ਲਿਖਣ ਜਾ ਰਹੇ ਹਾਂ ਕਿ ਇਹ ਜਿਹੜੀਆਂ ਸਾਰੀਆਂ ਧਿਰਾਂ ਜਿਨ੍ਹਾਂ ਦੇ ਕਰਕੇ ਇਹ ਜਿਹੜਾ ਮਜ਼ਾਕ ਦੇ ਪਾਤਰ ਬਣੇ ਤੇ ਬੇਲੋੜੀ ਜਿਹੜੀ ਮਾੜੀ ਚਰਚਾ ਪੈਦਾ ਹੋਈ, ਉਹਨਾਂ ਸਾਰਿਆਂ ਨੂੰ ਤਲਬ ਕੀਤਾ ਜਾਵੇ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਕਿਉਂ ਇਹ ਤਖਤ ਦੇ ਜਥੇਦਾਰ ਦੇ ਰੁਤਬੇ ਨੂੰ ਇਸ ਤਰ੍ਹਾਂ ਦੀ ਜਿਵੇਂ ਕਹਿੰਦੇ ਹੁੰਦੇ ਆ ਉਹ ਹਾਨੀ ਦਾ ਮੂੰਹ ਦੇਖਣਾ ਪਿਆ। ਗਰੇਵਾਲ ਜੀ, ਜਿਵੇਂ ਤੁਸੀਂ ਕਿਹਾ ਕਿ ਜੋ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਸੀ ਉਹਨਾਂ ਦੀ ਪੁਸ਼ਟੀ ਨਹੀਂ ਹੋਈ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸੇਵਾ ਵੀ ਦੁਬਾਰਾ ਸੰਭਾਲ ਦਿੱਤੀ ਗਈ, ਲੇਕਿਨ ਫਿਰ ਵੀ ਵਿਵਾਦ ਕਿਤੇ ਨਾ ਕਿਤੇ ਖੜਾ ਰਿਹਾ। ਤਾਂ ਜੇ ਪੁਸ਼ਟੀ ਨਹੀਂ ਹੋ ਸਕੀ ਤਾਂ ਫਿਰ ਉਹਨਾਂ ਨੂੰ ਪੰਥ ਚੋਂ ਛੇਕਣ ਦੀ ਨੌਬਤ ਕਿਵੇਂ ਆ ਜਾਂਦੀ ਹੈ? ਮੈਨੂੰ ਇਹ ਪਤਾ ਨਹੀਂ ਕਿ ਉੱਥੋਂ ਦੇ 5 ਪਿਆਰੇ ਸਾਹਿਬਾਨ ਨੇ ਇਹ ਅਧਿਕਾਰ ਕਿਸ ਅਧਿਕਾਰ ਦੀ ਵਰਤੋਂ ਕਰਕੇ ਕੁਝ ਕੀਤਾ। ਮੈਂ ਭਾਵੇਂ ਨਿੱਜੀ ਤੌਰ ਤੇ ਇਸ ਗੱਲ ਵਿੱਚ ਕੋਈ ਦਖਲ ਨਹੀਂ ਦੇਣਾ ਚਾਹੁੰਦਾ, ਇਸੇ ਕਰਕੇ ਮੈਂ ਕਹਿ ਰਿਹਾ ਨਾ ਕਿ ਆਪੋ ਧਾਪੀ ਪੈ ਗਈ ਆ ਜਦੋਂ ਕਿ ਇਹ ਜਿਹੜੇ ਅਧਿਕਾਰ ਨੇ ਇਹ ਅਕਾਲ ਤਖਤ ਸਾਹਿਬ ਦੇ ਅਧਿਕਾਰ ਨੇ। ਅਸੀਂ ਅਕਾਲ ਤਖਤ ਸਾਹਿਬ ਤੋਂ ਹੀ ਇਹ ਜਿਹੜੇ ਫੈਸਲੇ ਸੁਣਾ ਸਕਦੇ ਆ
ਪਰ ਇਹਦਾ ਕਾਰਨ ਕੀ ਬਣਿਆ, ਤਾਂ ਹੀ ਤਾਂ ਮੈਂ ਕਹਿ ਰਿਹਾ ਨਾ ਜੀ ਕਿ ਇਹ ਸਾਰੇ ਕਾਸੇ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਦਖਲ ਦੇ ਕੇ ਅਸੀਂ ਚਿੱਠੀ ਲਿਖਣ ਜਾ ਰਹੇ ਹਾਂ, ਤੁਹਾਡੇ ਕੋਲ ਵੀ ਪਹੁੰਚਦੀ ਕਰਦੇ ਹਾਂ ਕਿ ਇਹਦੀ ਸਹੀ ਤਬਦੀਲ ਕੀਤੀ ਜਾਵੇ। ਉੱਥੋਂ ਦੀ ਜਿਹੜੀ ਕਮੇਟੀ ਆ ਇਹਨਾਂ ਦੀ ਮੁੜ ਤੋਂ ਉੱਥੇ ਸੇਵਾ ਸੰਭਾਲ ਦੇ ਪਿੱਛੇ ਕੀ ਕਾਰਨ ਬਣੇ, ਚਰਚਾ ਬਣੀ ਕਿ ਉੱਥੋਂ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਧੱਕੇ ਨਾਲ ਇਹ ਸਾਰੇ ਉੱਥੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ, ਉੱਥੇ ਧਰਨਾ ਲੱਗਾ। ਇਹ ਚੀਜ਼ਾਂ ਜਿਹੜੀਆਂ ਸਿੱਖੀ ਪਰੰਪਰਾਵਾਂ ਤੇ ਸਿੱਖੀ ਰੁਤਬਿਆਂ ਦੇ ਲਈ ਵੱਡੀ ਮੈਂ ਸਮਝਦਾ ਕਿ ਚੁਣੌਤੀ ਨੇ, ਜਿਨ੍ਹਾਂ ਦਾ ਸਾਨੂੰ ਸਮੇਂ ਰਹਿੰਦਿਆਂ ਹੱਲ ਕਰਨਾ ਚਾਹੀਦਾ ਤਾਂ ਕਿ ਅਗਾਂਹ ਤੋਂ ਇਸ ਤਰ੍ਹਾਂ ਦੇ ਕੋਈ ਮਾਮਲੇ ਨਾ ਹੋਣ ਕਿ ਜਥੇਦਾਰਾਂ ਦੇ ਖਿਲਾਫ ਧਰਨੇ ਲੱਗਣ, ਜਿਹੜੇ ਕਿ ਇਹ ਜਿਹੜੀ ਗੱਲ ਹੈ ਇਹ ਸ਼ੋਭਾ ਨਹੀਂ ਦਿੰਦੀ। ਚਲੋ ਸ਼ੁਕਰੀਆ ਗਰੇਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਤਾਂ ਗਰੇਵਾਲ ਜੀ ਕਹਿ ਰਹੇ ਨੇ ਕਿ ਅਸੀਂ ਚਿੱਠੀ ਲਿਖਣ ਜਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿ ਉਹ ਇਸ ਮਸਲੇ ਨੂੰ ਦੇਖਣ, ਇਸ ਮਸਲੇ ਦੇ ਵਿੱਚ ਵੱਖੋ ਵੱਖਰੇ ਪੱਖ ਸੁਣਨ ਤੇ ਇਸ ਮਸਲੇ ਦੇ ਵਿੱਚ ਜੋ ਵੀ ਜ਼ਿੰਮੇਵਾਰ ਨੇ ਇਸ ਤਰੀਕੇ ਦੇ ਨਾਲ ਜਥੇਦਾਰ ਦੇ ਅਹੁਦੇ ਨੂੰ ਢਾਹ ਲਾਉਣ ਦੇ ਲਈ ਉਹਨਾਂ ਦੇ ਉੱਤੇ ਕਾਰਵਾਈ ਹੋਵੇ। ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਅਕਾਲ ਤਖਤ ਦੇ ਸਕੱਤਰੇ ਦੇ ਵਿੱਚ ਐਂਟਰੀ ਨਹੀਂ ਮਿਲੀ। ਪੰਜ ਪਿਆਰਿਆਂ ਨੇ ਉਹਨਾਂ ਨੂੰ ਪੰਜ ਦੇ ਵਿੱਚੋਂ ਛੇਕ ਦਿੱਤਾ, ਜਿਸ ਤੇ ਉਹਨਾਂ ਨੇ ਕਿਹਾ ਕਿ ਇਹ ਅਧਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਹੈ। ਗੁਰਚਰਨ ਸਿੰਘ ਗਰੇਵਾਲ SGPC ਮੈਂਬਰ ਸਾਡੇ ਨਾਲ ਜੁੜੇ ਸੀ, ਉਹਨਾਂ ਦਾ ਵੀ ਕਹਿਣਾ ਹੈ ਕਿ ਇਹ ਅਧਿਕਾਰ ਅਕਾਲ ਤਖਤ ਸਾਹਿਬ ਦੇ ਕੋਲ ਹੈ ਤੇ ਅਸੀਂ ਚਿੱਠੀ ਲਿਖਣ ਜਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਪੂਰੇ ਮਸਲੇ ਨੂੰ ਦੇਖਣ, ਇਸ ਮਸਲੇ ਦੇ ਵਿੱਚ ਸਾਰੇ ਪੱਖ ਸੁਣਨ ਤੇ ਇਸ ਮਸਲੇ 'ਚ ਕਾਰਵਾਈ ਕਰਨ ਤਾਂ ਕਿ ਜਿਸ ਕਿਸਮ ਦੀ ਸਥਿਤੀ ਬਣੀ ਹੈ ਪਟਨਾ ਸਾਹਿਬ ਦੇ ਵਿੱਚ ਉਹ ਸਥਿਤੀ ਦੁਬਾਰਾ ਨਾ ਬਣੇ। ਰਣਜੀਤ ਸਿੰਘ ਗੌਹਰ ਨੂੰ ਦੇਖ ਕੇ ਦਰਵਾਜ਼ੇ ਬੰਦ ਹੋ ਗਏ ਅਕਾਲ ਤਖਤ ਸਾਹਿਬ ਦੇ ਸਕੱਤਰੇ ਦੇ, ਤਾਂ ਉਹ ਬਾਹਰ ਹੀ ਬੈਂਚ ਤੇ ਬੈਠ ਗਏ। ਮੀਡੀਆ ਦੇ ਨਾਲ ਵੀ ਉਹਨਾਂ ਨੇ ਬਾਅਦ ਦੇ ਵਿੱਚ ਗੱਲਬਾਤ ਕੀਤੀ, ਇੱਥੋਂ ਤੱਕ ਕਿ ਉਹਨਾਂ ਦੇ ਅਹੁਦੇ ਨੂੰ ਲੈ ਕੇ, ਉਹਨਾਂ ਦੀ ਸੇਵਾ ਸੰਭਾਲਣ ਨੂੰ ਲੈ ਕੇ ਵੀ ਵਿਵਾਦ ਹੈ। ਸਭ ਪੰਜ ਪਿਆਰਿਆਂ ਨੂੰ ਅਧਿਕਾਰ ਹੈ ਕਿ ਉਹ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕਰ ਸਕਣ। ਤਖਤ ਪਟਨਾ ਸਾਹਿਬ ਦਾ ਆਪਣਾ ਹੀ ਹੁਕਮਨਾਮਾ ਹੈ ਕਿ ਨਹੀਂ ਹੈ ਅਧਿਕਾਰ ਹੈਗਾ, ਉਹ ਨਹੀਂ ਕਰ ਸਕਦੇ। ਲੇਕਿਨ ਤੁਹਾਨੂੰ ਗੈਰ ਵਿਧਾਨਕ ਢੰਗ ਨਾਲ ਹਾਂਜੀ, ਗੈਰ ਵਿਧਾਨਕ ਔਰ ਗੈਰ ਧਾਰਮਿਕ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਗੈਰ ਕੀ ਹੈ ਤੇ ਨਾ ਗੈਰ ਕੀ ਹੈ। ਪਿੱਛੇ ਕੋਈ ਸਾਜ਼ਿਸ਼ਾਂ ਨੇ? ਹੋ ਸਕਦਾ ਕੋਈ ਸਾਜ਼ਿਸ਼ ਵੀ ਹੋਵੇ। ਪਰ ਜੇਕਰ ਤੁਹਾਡਾ ਪੱਖ ਸੁਣ ਲਈ ਤੁਸੀਂ ਕਹਿ ਰਹੇ ਹੋ ਕਿ ਆਪਣਾ ਪੱਖ ਰੱਖੋਗੇ ਆਪਣਾ, ਜੇਕਰ ਤੁਹਾਨੂੰ ਸੱਦਿਆ ਜਾਊਗਾ ਜਾਂ ਪਟਨਾ ਸਾਹਿਬ ਕਿ ਸੱਦਿਆ ਜਾਵੇ ਜਾਂ ਕਿਸੇ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ, ਸਿੱਖ ਬੁੱਧੀਜੀਵੀ ਬੈਠਣ, ਜਥੇਦਾਰ ਸਾਹਿਬਾਨ ਬੈਠਣ, ਜਿੱਥੇ ਸੱਦਿਆ ਜਾਵੇ ਦੁਨੀਆ 'ਚ ਉੱਥੇ ਚਲੇ ਜਾਵਾਂਗੇ। ਮੈਂ ਤਾਂ ਪਟਨਾ ਸਾਹਿਬ ਵੀ ਗਿਆ। ਬਾਬਾ ਚਿਰ ਦਾ ਮਾਮਲਾ ਚੱਲ ਰਿਹਾ ਸੀ, ਤੁਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਪਹਿਲਾਂ ਵੀ ਸੰਪਰਕ ਕੀਤਾ ਸੀ? ਬੜੀ ਵਾਰੀ ਮਿਲਣ ਦਾ ਯਤਨ ਕੀਤਾ ਪਰ ਮੇਲ ਨਹੀਂ ਹੋ ਸਕਿਆ। ਕੋਈ ਚਿੱਠੀ ਪੱਤਰ ਤੁਹਾਨੂੰ ਭੇਜੇ ਨਾ? ਹਾਂਜੀ, ਉਸੇ ਦਿਨ ਹੀ 11 ਸਤੰਬਰ ਨੂੰ ਹੀ ਭੇਜਿਆ ਸੀ, ਮੇਲ ਕੀਤਾ ਸੀ ਸਾਰਾ, ਹਾਂਜੀ, ਤੇ ਉਹ ਉਹਨਾਂ ਕੋਲ ਹੈਗਾ। ਠੀਕ ਹੈ। ਤੁਹਾਨੂੰ ਪ੍ਰਬੰਧਕ ਕਮੇਟੀ ਨੇ ਬਹਾਲ ਵੀ ਕਰ ਦਿੱਤਾ ਸੀ ਪਿੱਛੇ ਜੀ? ਹਾਂ, ਉਹ ਬਹਾਲ ਹੀ ਆ ਸੀ, ਅੱਛਾ ਜੀ। ਉਹਦੇ 'ਚ ਕੋਈ ਨਹੀਂ ਗੱਲ, ਉਹ ਬਹਾਲ। ਲੇਕਿਨ ਜਿਹੜਾ ਕੱਲ ਹੁਕਮਨਾਮਾ ਜਾਰੀ ਕੀਤਾ ਜਿਹਦੇ ਮੁਤਾਬਕ ਤੁਹਾਨੂੰ ਤੇ ਸਰਦਾਰ ਇੰਦਰਜੀਤ ਸਿੰਘ ਨੂੰ ਪੰਥ 'ਚ ਛੇੜ ਦਿੱਤਾ ਗਿਆ, ਪੰਥ 'ਚੋਂ ਸਿੱਖਣ ਦਾ ਅਧਿਕਾਰ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ, ਠੀਕ ਹੈ, ਉਹ ਹੋਰ ਕਿਸੇ ਸਥਾਨਕ ਤਖਤ ਦਾ ਅਧਿਕਾਰ ਨਹੀਂ। ਔਰ ਉਹ ਵੀ ਪੰਜ ਸਿੰਘ ਸਾਹਿਬਾਨ ਬੈਠਣ, ਪੰਜਾਂ ਤਖਤਾਂ ਜਥੇਦਾਰ ਬੈਠਣ, ਔਰ ਇੱਕ ਜਥੇਦਾਰ ਨੂੰ ਮਤਲਬ ਪੰਥ 'ਚੋਂ ਸਿੱਖਣਾ ਜਿਹੜਾ ਉਹ ਮਜ਼ਾਕ। उधर हरियाणा SGPC प्रधान दादूवाल ने वड्डा दावा किया है। उन्होंने कहा है कि झींडा नलवी ने गुप्त मीटिंग की है। अकाली दल के आगुआं दे नाल गुप्त मीटिंग की गई है। हरजिंदर धामी ते अकाली दल के आगुआं दे नाल गुप्त मीटिंग झींडा ते नलवी ने की है। दावा किया है बलजीत सिंह दादूवाल ने, हरियाणा SGPC के प्रधान ने। उन्होंने कहा है कि चंदू माजरा के घर एक मीटिंग हुई है, यह दावा किया है। उन्होंने सवाल किया है कि झींडा नलवी पूंदड़ चंदू माजरा ते धामी दी गुप्त मीटिंग हुई है, इस मीटिंग के की अर्थ ने? दादूवाल सवाल पूछ रहे हैं कि हरियाणा की संगत इसनूं लैके जवाब मांग रही है। बलजीत सिंह दादूवाल ने दावा किया है कि झींडा ते नलवी दी SGPC प्रधान हरजिंदर सिंह धामी ते अकाली दल के आगुआं दे नाल गुप्त मीटिंग हुई है। उन्हां दा कहना है कि हरियाणा की संगत इस ते जवाब मांग रही है। इस गुप्त मीटिंग के की अर्थ ने? सीक्रेट मीटिंग के की अर्थ ने? सीक्रेट मीटिंग क्यों हुई है? सीक्रेट मीटिंग नूं लैके इल्जाम लगे ने। बलजीत सिंह दादूवाल हरियाणा SGPC के प्रधान ने इल्जाम लगाए ने कि जगदीश सिंह झींडा ते नलवी ने अकाली दल के आगुआं दे नाल गुप्त मीटिंग की है। हरजिंदर सिंह धामी SGPC के प्रधान उन्हां दे नाल अते अकाली दल के आगुआं दे नाल गुप्त मीटिंग उन्हां ने की है।
ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਫੋਨ ਲਾਈਨ ਤੇ। ਦਾਦੂਵਾਲ ਜੀ, ਕੀ ਕੁਝ ਇਸ ਮੀਟਿੰਗ ਨੂੰ ਲੈ ਕੇ ਤੁਸੀਂ ਦਾਅਵਾ ਕੀਤਾ ਹੈ ਕਿ ਇੱਕ ਗੁਪਤ ਮੀਟਿੰਗ ਹੋਈ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੇ ਇਸ ਦਾਅਵੇ ਨੂੰ ਕਿਵੇਂ ਦੇਖਿਆ ਜਾਵੇ ਕਿ ਮੀਟਿੰਗ ਹੋਈ ਹੈ? ਦੇਖੋ ਅਰਸ਼ਦੀਪ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹਰਿਆਣੇ ਦੀਆਂ ਸਿੱਖ ਸੰਗਤਾਂ ਨੇ ਭਰੋਸਾ ਕੀਤਾ ਸੀਗਾ ਜਦੋਂ 7 ਮੈਂਬਰ ਜਿਤਾਏ ਸੀ ਹਰਿਆਣਾ ਕਮੇਟੀ ਦੇ ਵੱਖਰੇ ਤੌਰ ਤੇ। ਜਦੋਂ ਅਜੇ ਵਿਧਾਨ ਸਭਾ 'ਚ ਬਿੱਲ ਪਾਸ ਨਹੀਂ ਸੀ ਹੋਇਆ ਤਾਂ ਵੱਖਰੀ ਕਮੇਟੀ ਦੇ ਨਾਂ ਤੇ ਚੋਣ ਲੜੀ ਗਈ ਸੀ, ਪਰ ਉਹਨਾਂ 7 ਮੈਂਬਰਾਂ 'ਚ ਮੇਨ ਸੀਗੇ ਦੀਦਾਰ ਸਿੰਘ ਨਲਵੀ ਔਰ ਜਗਦੀਸ਼ ਸਿੰਘ ਝੀਂਡਾ। 7 ਸਾਲ ਮੈਂਬਰ ਰਹੇ ਪਰ ਕਾਰਗੁਜ਼ਾਰੀ ਜ਼ੀਰੋ ਰਹੀ, ਜਿਸ ਕਾਰਨ ਕਰਕੇ ਹਰਿਆਣਾ ਦੀਆਂ ਸੰਗਤਾਂ ਨੇ 2011 'ਚ ਇਹਨਾਂ ਨੂੰ ਫਿਰ ਬੁਰੀ ਤਰ੍ਹਾਂ ਹਰਾ ਦਿੱਤਾ ਸੀਗਾ ਜੀ। ਇਹਨਾਂ ਕਾਰਨ ਕਰਕੇ ਹੀ ਸਾਡੀ ਜਿਹੜੀ ਕਮੇਟੀ 6 ਸਾਲਾਂ 'ਚ ਸੁਪਰੀਮ ਕੋਰਟ 'ਚ ਲਟਕਦੀ ਰਹੀ। 6 ਸਾਲਾਂ 'ਚ ਫੈਸਲਾ ਨਹੀਂ ਲੈ ਸਕੇ, ਜਿਹੜਾ ਅਸੀਂ ਪਿਛਲੇ 2 ਸਾਲਾਂ 'ਚ ਪੈਰਵਾਈ ਕਰਕੇ ਤੇ ਫੈਸਲੇ ਤੱਕ ਪਹੁੰਚ ਗਏ ਜੀ। ਹੁਣ ਵੀ ਇਹ ਜਿਹੜਾ ਇਹ ਹਰਿਆਣੇ ਦੀਆਂ ਸੰਗਤਾਂ ਨਾਲ ਧੋਖਾ ਕਰਕੇ ਸੌਦੇਬਾਜ਼ੀ ਕਰ ਰਹੇ ਨੇ, ਇਹਨਾਂ ਨੂੰ ਤੁਸੀਂ ਲਾਈਨ ਤੇ ਲਓ। ਇਹਨਾਂ ਨੂੰ ਪੁੱਛੋ ਕਿ ਕੱਲ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਸੀਨੀਅਰ ਅਕਾਲੀ ਆਗੂ ਨੇ, ਉਹਨਾਂ ਦੀ ਪਟਿਆਲਾ ਕੋਠੀ ਦੇ ਵਿੱਚ ਇਹਨਾਂ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ ਤੇ ਚੰਦੂ ਮਾਜਰਾ ਦੇ ਨਾਲ ਹੈ। ਇਹ ਕਿਹੜੀਆਂ ਸੌਦੇਬਾਜ਼ੀਆਂ ਕਰ ਰਹੇ ਉਹਨਾਂ ਦੇ ਨਾਲ? ਦੀਦਾਰ ਸਿੰਘ ਨਲਵੀ ਔਰ ਜਗਦੀਸ਼ ਸਿੰਘ ਝੀਂਡਾ ਹਰਿਆਣੇ ਦੀਆਂ ਸੰਗਤਾਂ ਨੂੰ ਧੋਖਾ ਦੇ ਰਹੇ ਨੇ, ਕਿਉਂਕਿ ਅਡਹੌਕ ਕਮੇਟੀ ਜਿਹੜੀ ਆ ਉਹ ਬਣਨ ਜਾ ਰਹੀ ਹੈ ਤੇ ਪ੍ਰਬੰਧ ਟੇਕ ਓਵਰ ਕਰਨਾ ਹੈ। ਪਰ ਇਹ ਜਿਹੜੀਆਂ ਗੁਪਤ ਮੀਟਿੰਗਾਂ ਹੋ ਰਹੀਆਂ ਨੇ, ਇਹਦਾ ਮਾਇਨੇ ਕੀ, ਅਰਥ ਕੀ ਹੈ? ਸਾਡੇ ਨਾਲ ਜੁੜ ਚੁੱਕੇ ਨੇ ਜਗਦੀਸ਼ ਸਿੰਘ ਝੀਂਡਾ ਸਾਡੇ ਨਾਲ ਜੁੜ ਚੁੱਕੇ ਨੇ। ਝੀਂਡਾ ਜੀ, ਇਲਜ਼ਾਮ ਲਗਾ ਰਹੇ ਨੇ ਬਲਜੀਤ ਸਿੰਘ ਦਾਦੂਵਾਲ ਕਿ ਤੁਸੀਂ ਨਲਵੀ ਸਾਹਿਬ ਨੇ ਚੰਦੂ ਮਾਜਰਾ ਦੇ ਪਟਿਆਲਾ ਵਾਲੇ ਘਰ ਦੇ ਵਿੱਚ ਇੱਕ ਗੁਪਤ ਮੀਟਿੰਗ ਕੀਤੀ ਹੈ ਅਕਾਲੀ ਦਲ ਦੇ ਆਗੂਆਂ ਦੇ ਨਾਲ, ਹਰਜਿੰਦਰ ਸਿੰਘ ਧਾਮੀ ਦੇ ਨਾਲ, ਤੇ ਇਸ ਗੁਪਤ ਮੀਟਿੰਗ ਨੂੰ ਕਿਵੇਂ ਦੇਖਿਆ ਜਾਵੇ? ਹਰਿਆਣਾ ਦੀ ਸੰਗਤ ਦੇ ਨਾਲ ਧੋਖਾ ਕਰ ਰਹੇ ਹੋ, ਇਹ ਬਲਜੀਤ ਸਿੰਘ ਦਾਦੂਵਾਲ ਕਹਿ ਰਹੇ ਨੇ। ਪਹਿਲੇ ਤੇ ਬੰਦਾ ਸਾਡੀ ਤੇ ਬਾਕੀ ਹੈ ਕਿ ਅਕਾਲ ਤਖਤ ਦਾ ਬਾਗੀ ਇਹ ਤਾਂ ਜੱਗ ਹੀ ਇੱਦਾਂ ਹੁੰਦਾ ਹੈ ਕਿ ਇਹ ਸ਼ਰਮ ਹੋਣੀ ਚਾਹੀਦੀ ਹੈ, ਕਿਸੇ ਤੇ ਇਲਜ਼ਾਮ ਲੱਗਿਆ ਪਹਿਲੋਂ ਆਪਣੇ ਇਹਨੂੰ ਪੀੜੀ ਜਲੇ ਦੀ ਬੁਰੀ ਮਾਰਨੀ ਚਾਹੀਦੀ ਹੈ। ਪਰ ਮੇਰਾ ਕਰੈਕਟਰ ਜ਼ਿੰਮੇਦਾਰ, ਮੈਂ ਇਹਨਾਂ ਲੋਕਾਂ ਦੇ ਇਲਜ਼ਾਮ ਕਿਉਂ ਲਾ ਰਿਹਾ? ਸਿੱਧੀ ਗੱਲ ਦੇਖੋ, ਮੀਟਿੰਗ ਸਾਡੀ ਹੋਈ ਹੈ, ਕੋਈ ਗੁਪਤ ਮੀਟਿੰਗ ਨਹੀਂ ਹੋਈ। ਸਾਨੂੰ ਉਹਨਾਂ ਸੱਦਿਆ, ਟੰਕੇ ਦੀ ਚੋਟ ਤੇ ਅਸੀਂ ਗਏ ਹਾਂ ਤੇ ਸਾਡੀ ਉਹਨਾਂ ਨਾਲ ਕਮਿਟਮੈਂਟ ਹੋਈ ਸੀ ਵੀ ਅਸੀਂ ਆਪਣਾ ਏਜੰਡਾ ਰੱਖਾਂਗੇ, ਸ਼ਰਤਾਂ ਰੱਖਾਂਗੇ, ਤੁਸੀਂ ਆਪਣੀਆਂ ਸ਼ਰਤਾਂ ਰੱਖੋ। ਤੁਹਾਡੀ ਹਰਿਆਣਾ ਕਮੇਟੀ ਬਣ ਚੁੱਕੀ ਹੈ ਤੇ ਹੁਣ ਕਿਸ ਤਰ੍ਹਾਂ ਕੌਮ ਇਕੱਠੀ ਹੋ ਕੇ ਚੱਲ ਸਕਦੀ ਹੈ? ਕੋਈ ਗੁਪਤ ਮੀਟਿੰਗ ਨਹੀਂ। ਅਸਾਂ ਉਹਨਾਂ ਨੂੰ ਕੱਲ ਰਾਤੀ ਸਾਡੀ ਘੱਟ 2 ਘੰਟੇ ਮੀਟਿੰਗ ਚੱਲੀਏ, ਹਰ ਗੱਲ ਤੇ ਵਿਸਤਾਰ ਨਾਲ ਗੱਲ ਹੋਈ। ਸਿੱਧੀ ਗੱਲ, ਉਹਨਾਂ ਸਾਨੂੰ ਇਹ ਵੀ ਆਫਰ ਦਿੱਤੀ ਹੈ ਕਿ ਜੇ ਤੁਹਾਡੀ ਸਾਡੀ ਸਹਿਮਤੀ ਬਣ ਜਾਂਦੀ, ਤੁਹਾਡੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਐਕਟ ਬਣ ਗਿਆ, ਉਹਨੂੰ ਕੋਈ ਦੁਨੀਆ ਦੀ ਤਾਕਤ ਨੂੰ ਮੱਥ ਨਹੀਂ ਲੈ ਸਕਦੀ। ਇਹ ਸਿੱਧੀ ਗੱਲ ਉਹਨਾਂ ਗੱਲ ਕਹੀ ਵੀ ਸਾਡੀ ਤੁਹਾਡੀ ਮੀਟਿੰਗ ਹੋ ਗਈ, ਸ਼ਰਤਾਂ ਰੱਖ ਦਿੱਤੀਆਂ, ਰੱਖ ਦਿੱਤੀਆਂ ਵੀ ਇਸ ਨਾਲ ਬਣ ਕੇ ਚੱਲ ਸਕਨੇ ਆ। ਮੈਂ ਦਾਦੂਵਾਲ ਨੂੰ ਪੁੱਛਣਾ ਵਾ ਦੇ ਕਿ ਕੌਣ ਇਕੱਠੀ ਹੋ ਜਾਏ ਤੇ ਦਾਦੂਵਾਲ ਜਿਹੜਾ ਬੀਜੇਪੀ ਦੀ ਝੋਲੀਏ 'ਚ ਬੈਠਾ ਹੈ, ਇਹ ਬੀਜੇਪੀ ਦੀ ਕਮੇਟੀ ਚੰਗੀ ਹੈ ਕਿ ਜੇ ਆਪਾਂ ਆਪਣੀ ਕਮੇਟੀ ਖੁਦ ਬਣਾਈਏ ਉਹ ਚੰਗੀ ਹੈ? ਮੈਨੂੰ ਕਿਹੜਾ ਚਾਹੀਦਾ ਇਸ ਬੰਦੇ ਨੂੰ? ਬਲਜੀਤ ਸਿੰਘ ਦਾਦੂਵਾਲ ਜੀ, ਕੋਈ ਸੀਕ੍ਰੀਟ ਮੀਟਿੰਗ ਨਹੀਂ ਹੈ, ਉਹ ਕਹਿ ਰਹੇ ਨੇ ਮੀਟਿੰਗ ਹੋਈ ਹੈ, ਮੀਟਿੰਗ ਦੇ ਵਿੱਚ ਗੱਲਬਾਤ ਰੱਖੀ ਗਈ ਹੈ, ਇਕੱਠੇ ਕਿਵੇਂ ਕੀਤਾ ਜਾ ਸਕਦਾ ਹੈ ਸਭ ਨੂੰ, ਇਸ ਨੂੰ ਲੈ ਕੇ ਚਰਚਾ ਹੋਈ ਹੈ। ਜੀ ਦਾਦੂਵਾਲ ਜੀ, ਆਪਣੀ ਬੋਲਬਾਣੀ ਸੁਧਾਰਨੀ ਚਾਹੀਦੀ ਹੈ ਕਿ ਇਹਦੇ ਨਾਲੋਂ ਕਰੈਕਟਰ ਬਹੁਤ ਵਧੀਆ ਲੋਕਾਂ ਦਾ, ਇਹਨਾਂ ਨਾਲੋਂ ਕਰੈਕਟਰ ਜਿਹੜਾ ਲੋਕਾਂ ਦਾ ਬਹੁਤ ਜ਼ਿਆਦਾ ਵਧੀਆ। ਅਕਾਲ ਤਖਤ ਤੋਂ ਬਾਗੀ ਇਹ ਬੰਦੇ ਸੀਗੇ, ਇਹਨਾਂ ਨੂੰ ਤਨਖਾਹਾਂ ਲੱਗੀਆਂ ਨੇ ਅਕਾਲ ਤਖਤ ਤੋਂ। ਅਕਾਲ ਤਖਤ ਤੇ ਪੇਸ਼ ਹੋਏ ਬੰਦੇ ਇਹ ਗੱਲਾਂ ਕਹਿੰਦੇ ਇਹਦਾ ਸਾਥੀ ਅਜੇ ਤੱਕ ਬਾਗੀ, ਇਹਨਾਂ ਦਾ ਸਾਥੀ ਜਿਹੜਾ ਤੂੰ ਬਾਗੀ। ਲੇਕਿਨ ਦਾਦੂਵਾਲ ਜੀ ਜੇ ਮੀਟਿੰਗ ਹੋਈ ਹੈ ਉਹ ਤਾਂ ਕਹਿ ਰਹੇ ਨੇ ਕੋਈ ਗੁਪਤ ਮੀਟਿੰਗ ਨਹੀਂ ਹੋਈ, ਅਸੀਂ ਮੀਟਿੰਗ ਕੀਤੀ ਹੈ। ਹਰਿਆਣਾ ਕਮੇਟੀ ਦੇ ਕੋਈ ਅਹੁਦੇਦਾਰ ਨਹੀਂ ਆ, ਇਹ ਹਰਿਆਣਾ ਕਮੇਟੀ ਦੇ ਨਾਂ ਤੇ ਕਿਸ ਤਰ੍ਹਾਂ ਮੀਟਿੰਗ ਕਰਦੇ ਆ? ਹਰਿਆਣਾ ਕਮੇਟੀ ਦਾ ਝੀਂਡਾ ਕੋਈ ਅਹੁਦੇਦਾਰ ਹੈ ਇਸ ਵੇਲੇ? ਹਰਿਆਣਾ ਕਮੇਟੀ ਦਾ ਝੀਂਡਾ ਜੀ ਗੱਲਬਾਤ ਦਾ ਲਹਿਜ਼ਾ ਆਪਾਂ ਠੀਕ ਰੱਖੀਏ ਦਾਦੂਵਾਲ ਜੀ। ਝੀਂਡਾ ਜੀ, ਇਹਨਾਂ ਨੂੰ ਨਾ ਬੋਲਣ ਦਾ ਪਤਾ, ਨਾ ਇਹਨਾਂ ਦਾ ਕੋਈ ਕਰੈਕਟਰ ਹੈ, ਨਾ ਕੋਈ ਵਜੂਦ ਹੈ, ਨਾ ਇਹਨਾਂ ਨੂੰ ਝੀਂਡਾ ਜੀ ਗੱਲਬਾਤ ਦਾ ਤਰੀਕਾ ਅਸੀਂ ਸਹੀ ਰੱਖੀਏ, ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਨੇ। ਇਹ ਗੁਪਤ ਮੀਟਿੰਗਾਂ ਪਹਿਲਾਂ ਸੌਦੇਬਾਜ਼ੀਆਂ ਕੀਤੀਆਂ ਬਾਦਲਾਂ ਨਾਲ, ਹੁਣ ਫੇਰ ਬੇਈਮਾਨਾ ਕਰ ਰਹੇ ਨੇ। ਹਰਿਆਣੇ ਦੇ ਸਿੱਖਾਂ ਦੇ ਨਾਲ ਸੌਦੇਬਾਜ਼ੀਆਂ ਕਰ ਰਹੇ, ਹਰਿਆਣੇ ਦੇ ਸਿੱਖਾਂ ਦੇ ਨਾਲ ਬੇਈਮਾਨੀਆਂ ਕਰ ਰਹੇ ਨੇ, ਸੌਦੇਬਾਜ਼ੀਆਂ। ਮੁੱਖ ਮੰਤਰੀ ਹਰਿਆਣਾ ਦੇ ਪੈਰਾਂ 'ਚ ਬੈਠੇ
ਇੱਥੇ ਆਉਂਦੇ ਆ ਰੋਜ਼ ਜਾ ਕੇ ਸੌਦੇਬਾਜ਼ੀਆਂ ਕਰਦੇ ਨੇ ਜਾ ਕੇ ਅੱਜ ਕਹਿੰਦੇ ਬੀਜੇਪੀ ਮਾੜੀ ਆ ਅੱਜ ਕਹਿੰਦੇ ਬੀਜੇਪੀ ਮਾੜੀ ਆ ਕੱਲ ਸੀਐਮ ਜਾ ਕੇ ਤਰਲੇ ਲੈ ਰਹੇ ਇੱਕ ਕਰਕੇ ਜਵਾਬ ਲੈ ਲੈਣੇ ਆ, ਇੱਕ ਕਰਕੇ ਜਵਾਬ ਲੈ ਲੈਣੇ ਆ। ਦਾਦੂਵਾਲ ਜੀ ਤੁਸੀਂ ਗੱਲ ਰੱਖੀ ਹੈ, ਝੀਂਡਾ ਜੀ ਇਲਜ਼ਾਮ ਤੁਹਾਡੇ ਤੇ ਲਾ ਰਹੇ ਨੇ ਕਿ ਕਦੇ ਮੁੱਖ ਮੰਤਰੀ ਹਰਿਆਣਾ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ ਤੇ ਕਦੇ ਹੁਣ ਅਕਾਲੀ ਆਗੂਆਂ ਦੇ ਨਾਲ ਮੀਟਿੰਗਾਂ ਹੁੰਦੀਆਂ ਨੇ। ਮੈਡਮ ਜੀ ਮੇਰੀ ਗੱਲ ਸੁਣੋ ਜੀ ਕੀਤੀ ਹੈ ਟੰਕੇ ਦੇ ਚੋਟ ਤੇ ਕੀਤੀ ਹੈ ਸਾਨੂੰ ਕਿਹਾ ਤੁਹਾਂ ਮੀਟਿੰਗ ਦਾ ਡਾਕਟਰ ਸਾਹਿਬ ਇਸ ਤਰ੍ਹਾਂ ਅਸੀਂ ਪੰਚ ਕਰ ਰਹੇ ਹਾਂ ਅਸੀਂ ਸਾਰੇ ਹਰਿਆਣੇ ਦੇ ਹਰ ਜ਼ਿਲ੍ਹੇ ਜਾਵਾਂਗਾ ਮੈਂ ਆਪਣੇ ਮਰਕਜ਼ ਕੇ ਦੇਖਾਂਗਾ ਸਾਡੇ ਨਾਲ ਸਲਾਹ ਕਰਾਂਗਾ ਸਲਾਹ ਹੋਣ ਤੋਂ ਬਾਅਦ ਜਿਹੜੀ ਫਾਈਨਲ ਗੱਲ ਹੋਵੇਗੀ ਉਹ ਸਾਡੀ ਮੀਟਿੰਗ ਦਾ ਮਤਲਬ ਰਿਜ਼ਲਟ ਨਿਕਲੇਗਾ। ਮੈਨੂੰ ਹਰਿਆਣੇ ਦੇ ਰਿਸ਼ਤੇ ਕਹਿਣਗੇ ਕਿ ਆਪਾਂ ਇਹਨਾਂ ਨਾਲ ਨਹੀਂ ਰਲ ਕੇ ਚੱਲਣਾ ਤੇ ਨਹੀਂ ਚੱਲਾਂਗੇ ਇਹ ਹਰਿਆਣੇ ਦੇ ਸਾਰੇ ਕਹਿਣਗੇ ਮੇਰੇ ਇਹਨਾਂ ਮੇਰੇ ਨਾਲ 23 ਸਾਲ ਲੜਾਈ ਲੜੀ ਇਹ ਤੇ ਕੱਲ ਦੀ ਬੂਦੀ ਸਿਰੇ ਨਾਲ ਇਹ ਤੇ ਆਖਰੇ ਨਾਲ ਘਾੜਾ ਕਮੇਟੀ ਇਹ 2014 ਤੋਂ ਪਹਿਲਾਂ ਦੇ ਹਰਿਆਣਾ ਕਮੇਟੀ ਦਾ ਵਿਰੋਧ ਕਰ ਰਿਹਾ ਇਹਨੂੰ ਸ਼ਰਮ ਨਹੀਂ ਆਉਂਦੀ ਹਰਿਆਣਾ ਕਮੇਟੀ ਪ੍ਰਧਾਨ ਬਣ ਤੋਂ ਇਹਦੇ 1.5 ਸਾਲ ਇਹਦੀ ਪ੍ਰਧਾਨੀ ਲੈ ਕੇ ਤੈਨੂੰ ਹਰਾ ਕੇ ਪ੍ਰਧਾਨ ਬਣੇ ਆ ਤੈਨੂੰ ਤਰਲੇ ਲੈ ਕੇ ਨਹੀਂ ਤਰਲੇ ਲੈਂਦਾ ਫਿਰਦਾ ਤੈਨੂੰ ਵੋਟਾਂ 'ਚ ਹਰਾ ਕੇ ਪ੍ਰਧਾਨ ਬਣਿਆ ਅਸੀਂ ਨਿੱਜੀ ਹਮਲੇ ਨਾ ਕਰੀਏ। ਝੀਂਡਾ ਜੀ ਦਾਦੂਵਾਲ ਜੀ ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਨੇ, ਬਹੁਤ ਸਾਰੇ ਲੋਕ ਤੁਹਾਨੂੰ ਸੁਣ ਰਹੇ ਨੇ। ਤੁਸੀਂ ਇੱਕ ਧਾਰਮਿਕ ਸੰਸਥਾ ਨੂੰ ਰੈਪਰੈਜ਼ੈਂਟ ਕਰਦੇ ਹੋ, ਇਸ ਤਰੀਕੇ ਦੀ ਬੋਲਬਾਣੀ ਨਾ ਰੱਖੀਏ ਜੀ। ਹਰਿਆਣੇ ਦੇ ਸਿੱਖਾਂ ਨਾਲ ਮੀਟਿੰਗ ਕਰਕੇ ਜਾ ਕੇ ਹੋਰ ਮੀਟਿੰਗਾਂ ਚੋਰੀ ਮੀਟਿੰਗਾਂ ਕਰ ਰਹੇ ਆ ਚੋਰੀ ਸੌਦੇ ਬਾਕੀਆਂ ਕਰ ਰਹੇ ਤੂੰ ਕਿਹੜੇ ਹਰਿਆਣੇ ਦੇ ਸਿੱਖਾਂ ਨੂੰ ਪੁੱਛ ਕੇ ਗਿਆ ਤੂੰ ਹਰਿਆਣੇ ਦੇ ਸਿੱਖਾਂ ਨੂੰ ਪੁੱਛ ਕੇ ਗਿਆ ਜਾ ਕੇ ਮੀਟਿੰਗ ਕਰ ਰਹੇ ਹਰਿਆਣੇ ਦੇ ਸਿੱਖਾਂ ਦੀ ਜੀ ਚੋਰੀ ਜਾ ਕੇ ਤੂੰ ਮੀਟਿੰਗਾਂ ਕਰਦਾ ਚਲੋ ਇੱਕ ਕਰਕੇ ਗੱਲ ਕਰਦੇ ਆ ਝੀਂਡਾ ਜੀ ਕਹਿ ਰਹੇ ਨੇ ਕਿ ਕੋਈ ਚੋਰੀ ਮੀਟਿੰਗ ਨਹੀਂ ਹੋਈ, ਗੁਪਤ ਮੀਟਿੰਗ ਨਹੀਂ ਹੋਈ, ਮੀਟਿੰਗ ਹੋਈ ਹੈ। ਹਰਿਆਣੇ ਦੇ ਸਿੱਖ ਜੇ ਕਹਿਣਗੇ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਚੱਲਣਾ ਤਾਂ ਨਹੀਂ ਚੱਲਣਗੇ। ਦਾਦੂਵਾਲ ਜੀ ਤੁਹਾਡੇ ਤੇ ਵਾਰ-ਵਾਰ ਇਲਜ਼ਾਮ ਲੱਗਦੇ ਨੇ, ਹੁਣ ਝੀਂਡਾ ਜੀ ਵੀ ਲਗਾ ਰਹੇ ਨੇ ਕਿ ਤੁਸੀਂ ਬੀਜੇਪੀ ਦਾ ਸਾਥ ਦੇ ਰਹੇ ਹੋ। ਜੇ ਉਹਨਾਂ ਨੇ ਅਕਾਲੀਆਂ ਦੇ ਨਾਲ ਮੀਟਿੰਗ ਕੀਤੀ ਤੁਸੀਂ ਬੀਜੇਪੀ ਦਾ ਸਾਥ ਦੇ ਰਹੇ ਹੋ। ਹਰਿਆਣੇ 'ਚ ਬੀਜੇਪੀ ਦੀ ਸਰਕਾਰ ਬੀਜੇਪੀ ਦੀ ਸਰਕਾਰ ਨੇ ਹੁਣ ਅਡਹੌਕ ਕਮੇਟੀ ਜਿਹੜੀ ਹੈ ਹਰਿਆਣਾ ਸਰਕਾਰ ਨੇ ਬਣਾਉਣੀ ਹੈ। ਹਰਿਆਣੇ 'ਚ ਬੀਜੇਪੀ ਦੀ ਸਰਕਾਰ ਹੈ, ਸਰਕਾਰ ਕੋਲੇ ਅਥਾਰਟੀ ਹੈ ਜਿਹੜੀ ਕਾਨੂੰਨੀ ਮਾਨਤਾ ਮਿਲੀ ਹੈ ਸੁਪਰੀਮ ਕੋਰਟ ਦੇ ਵੱਲੋਂ। ਇਹ ਜਾ ਕੇ ਗੱਲਾਂ ਆਹ ਤੇਰੀ ਕਮੇਟੀ ਜੋ ਕੀ ਲੈਣਾ ਨਾਲਾ ਕਮੇਟੀ ਜਾ ਕੇ ਪੰਜਾਬ ਪ੍ਰਧਾਨ ਤੂੰ ਸ਼ਰਮ ਹੋਣੀ ਚਾਹੀਦੀ ਹੈ। ਪ੍ਰਧਾਨ ਬਣਨ ਵਾਸਤੇ ਤੂੰ ਤਰਲੇ ਤਾਂ ਲੈਂਦਾ ਫਿਰਦਾ ਤੇਰੇ ਘਰ 'ਚ ਸਰੋਪਾ ਪਾ ਕੇ ਤੂੰ ਗੈਰ ਕਾਨੂੰਨੀ ਤੌਰ ਪਰ ਸਰੋਪਾ ਪਾ ਕੇ ਮੁੜ ਕੇ ਉਹਨੇ ਲਾ ਕੇ ਤੇਰੇ ਗਲ 'ਚੋਂ ਆਪਦੇ ਗਲ 'ਚ ਪਾ ਲਿਆ। ਤੇਰੀ ਇੱਜ਼ਤ ਰਹੀ, ਸ਼ਰਮ ਨਾਲ ਮਰ ਜਾਣਾ ਚਾਹੀਦਾ ਤੈਨੂੰ। ਨਿੱਜੀ ਹਮਲੇ ਨਾ ਕਰੀਏ ਦਾਦੂਵਾਲ ਜੀ। ਝੀਂਡਾ ਜੀ ਮੈਂ ਬੇਨਤੀ ਕਰਦੀ ਹਾਂ ਕਿ ਇੱਕ ਸਭਿਅਕ ਤਰੀਕੇ ਦੇ ਨਾਲ ਅਸੀਂ ਜੇ ਗੱਲਬਾਤ ਕਰ ਸਕਦੇ ਹਾਂ। ਵੋਟਾਂ ਦੇ ਨਾਲ ਵੋਟਾਂ ਪਈਆਂ ਸੀਗੀਆਂ ਠੀਕ ਹੈ ਵੋਟਾਂ ਪਈਆਂ ਸੀ ਤੈਨੂੰ ਹਰਾ ਕੇ ਫੇਰ ਪ੍ਰਧਾਨ ਬਣਿਆ ਸੀ। ਮੈਂ ਆਪਣੇ ਆਪ ਨਹੀਂ ਸੀ ਬਣਿਆ, ਤੂੰ ਤੇ ਆਪਣੇ ਆਪ ਸਰੋਪਾ ਪਵਾ ਲਿਆ। ਤੇਰਾ ਲਾਹ ਕੇ ਅਗਲੇ ਦਿਨ ਉਹਨਾਂ ਨੇ ਅਗਲੇ ਦਿਨ ਗੱਲ 'ਚ ਪਾ ਲਿਆ। ਉਹ ਤੇਰੀ 19 ਵੋਟਾਂ ਪਈਆਂ ਝੀਂਡਾ ਜੀ ਜੇ ਮੀਟਿੰਗ ਹੋਈ ਹੈ ਇਸ ਨੂੰ ਮੰਨਿਆ ਜਾਵੇ ਕਿ ਤੁਸੀਂ ਅਕਾਲੀ ਦਲ ਦੇ ਨਾਲ ਚੱਲ ਸਕਦੇ ਹੋ ਹਰਿਆਣਾ ਦੇ ਵਿੱਚ। ਦਾਦੂਵਾਲ ਜੀ ਝੀਂਡਾ ਜੀ ਇਹ ਮੰਨਿਆ ਜਾਵੇ ਕਿ ਤੁਸੀਂ ਅਕਾਲੀ ਦਲ ਦੇ ਨਾਲ ਚੱਲ ਸਕਦੇ ਹੋ। ਤੁਸੀਂ ਕਹਿ ਰਹੇ ਹੋ ਕੋਈ ਗੁਪਤ ਮੀਟਿੰਗ ਹੋਈ ਹੈ, ਗੱਲਬਾਤ ਹੋਈ ਹੈ, ਸ਼ਰਤਾਂ ਰੱਖੀਆਂ ਗਈਆਂ ਨੇ, ਉਸ ਦੇ ਵਿੱਚ ਮੰਨ ਸਕਦੇ ਹਾਂ ਕਿ ਅਕਾਲੀ ਦਲ ਦੇ ਨਾਲ ਚੱਲ ਸਕਦੇ ਹੋ ਤੁਸੀਂ। ਜੇ ਕਿਸੇ ਦਾ ਪੁੱਛ ਕੇ ਮੀਟਿੰਗ ਕਰੋ, ਚੋਰੀ ਮੀਟਿੰਗਾਂ ਕਰਦੇ ਅੱਜ ਇਹਨਾਂ ਦੀ ਮੀਟਿੰਗ ਸਾਹਮਣੇ ਆ ਗਈ ਤੇ ਲੱਗੇ ਅਸੀਂ ਜੀ ਹਰਿਆਣੇ ਦੇ ਸਿੱਖਾਂ ਨੂੰ ਪੁੱਛਾਂਗੇ ਇਹਨਾਂ ਦੀ ਚੋਰੀ ਕੀਤੀ ਮੀਟਿੰਗ ਜਿਹੜੀ ਹੁਣ ਸਾਹਮਣੇ ਲੈਣ ਦੀ ਪਰਦਾ ਫਾਸ਼ ਕਰਦਾ। ਅਸੀਂ ਚੋਰੀ ਮੀਟਿੰਗ ਕੀਤੀ ਅਨਾਉਂਸਮੈਂਟ ਕਰਕੇ ਗਏ ਆ, ਕਿਹੜੀ ਅਨਾਉਂਸਮੈਂਟ ਕਰਕੇ ਗਏ ਆ। ਦਾਦੂਵਾਲ ਜੀ ਜੇ ਉਹਨਾਂ ਦੀ ਮੀਟਿੰਗ ਹੋਈ ਹੈ ਅਕਾਲੀ ਦਲ ਦੇ ਨਾਲ, ਅਕਾਲੀ ਦਲ ਦੇ ਆਗੂਆਂ ਦੇ ਨਾਲ, ਤਾਂ ਇਸ ਦੇ ਵਿੱਚ ਦਿੱਕਤ ਕੀ ਹੈ? ਦੱਸੋ ਇੱਥੇ ਜਾ ਕੇ ਐਸਜੀਪੀਸੀ ਨੂੰ ਮੀਟਿੰਗਾਂ ਕਰਨੀਆਂ ਇਹੋ ਜਿਹੇ ਹਾਲਾਤਾਂ ਵਿੱਚ ਅਕਾਲੀ ਦਲ ਬਾਦਲ ਦੇ ਬੰਦਿਆਂ ਨਾਲ ਗੁਪਤ ਮੀਟਿੰਗਾਂ ਕਰਨੀਆਂ ਮੀਟਿੰਗਾਂ ਕਰਦੇ ਜਾ ਕੇ ਹੁਣ ਉਹਨਾਂ ਦਾ ਜੋਰ ਲੱਗਿਆ ਪਿਆ। ਉਹ ਸਾਡੀ ਕਮੇਟੀ ਹਰਿਆਣਾ ਕਮੇਟੀ ਨੂੰ ਸਾਬੂਤਾਜ ਕਰਨਾ ਚਾਹੁੰਦੇ, ਖਰਾਬ ਕਰਨਾ ਚਾਹੁੰਦੇ, ਹੱਥ ਟੁੱਕੇ ਬਣੇ ਆ ਉਹਨਾਂ ਦੇ। ਇਹ ਹੱਥ ਟੁੱਕੇ ਬਣ ਕੇ ਹਰਿਆਣੇ ਦੀਆਂ ਸੰਗਤਾਂ ਨੂੰ ਖਰਾਬ ਕਰ ਰਹੇ ਆ, ਹਰਿਆਣੇ ਦੀਆਂ ਸੰਗਤਾਂ ਨੂੰ ਖਰਾਬ ਕਰਦੇ ਆ। ਲੇਕਿਨ ਮੇਰਾ ਦੋਵਾਂ ਨੂੰ ਸਵਾਲ ਹੈ ਝੀਂਡਾ ਜੀ ਇੱਕ ਮਿੰਟ, ਮੇਰਾ ਦੋਵਾਂ ਨੂੰ ਸਵਾਲ ਹੈ, ਦਾਦੂਵਾਲ ਜੀ ਤੁਹਾਨੂੰ ਵੀ ਸਵਾਲ ਹੈ। ਇਹ ਸਥਿਤੀ ਕਿਉਂ ਬਣੀ ਹੈ ਕਿ ਇਸ ਤਰੀਕੇ ਦੇ ਨਾਲ ਹੁਣ ਜਦੋਂ ਕਾਨੂੰਨੀ ਮਾਨਤਾ ਮਿਲ ਰਹੀ ਹੈ ਸੁਪਰੀਮ ਕੋਰਟ ਤੋਂ ਤਾਂ ਇੰਨਾ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ?
ਦਾਦੂਵਾਲ ਜੀ। ਕਾਨੂੰਨੀ ਮਾਨਤਾ ਇਹੀ ਹੈ ਨਾ ਕਿ ਦੇਖੋ ਇੱਕ ਪਾਸੇ ਤਾਂ ਹਰਿਆਣਾ ਸਰਕਾਰ ਅਡਹੌਕ ਕਮੇਟੀ ਬਣਾ ਰਹੀ ਹੈ, ਉਧਰ ਜਾ ਕੇ ਆਪਣੇ ਮੈਂਬਰਾਂ ਦੀਆਂ ਜਾ ਕੇ ਲਿਸਟਾਂ ਦੇ ਰਹੇ ਆ, ਤਰਲੇ ਕਰ ਰਹੇ, ਦੂਜੇ ਪਾਸੇ ਬਾਦਲਾਂ ਨਾਲ ਖੁਦ ਸਮਝੌਤੇ ਕਰ ਰਹੇ, ਖੁਦ ਮੀਟਿੰਗਾਂ ਕਰ ਰਹੇ। ਇੱਕ ਪਾਸੇ ਉਹ ਗੱਲਾਂ ਜਾਂ ਬਾਦਲਾਂ ਦਾ ਹੱਥ ਹੋ ਕੇ ਬਣ ਜਾਣ, ਲੋਕਾਂ ਦੇ ਨੰਗੇ ਸੁੱਟਣ, ਦੱਸ ਦੇਣ ਬਾਦਲਾਂ ਦੇ ਹੱਥ ਠੋਕਦੇ ਆ, ਬਾਦਲ ਨਾਲ ਉੱਥੇ ਫੋਨ ਤੇ ਗੱਲਾਂ ਹੁੰਦੀਆਂ ਇਹਨਾਂ ਦੀਆਂ, ਬਾਦਲ ਨਾਲ ਗੱਲਾਂ ਕਰਦੇ ਆ, ਮਾਰਦੇ ਹਰਿਆਣਾ ਦੇ ਲੋਕਾਂ ਨੂੰ ਧੋਖਾ ਦੇ ਰਹੇ। ਚਿੰਦਾ ਜੀ ਇਹ ਨੌਬਤ ਕਿਉਂ ਆਉਂਦੀ ਹੈ? ਇਹ ਨੌਬਤ ਕਿਉਂ ਆਉਂਦੀ ਹੈ? ਪਹਿਲਾਂ ਇਲਜ਼ਾਮ ਲੱਗਦੇ ਨੇ ਕਿ ਐਸਜੀਪੀਸੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਹਰਿਆਣਾ ਐਸਜੀਪੀਸੀ ਜੇ ਬਣ ਜਾਂਦੀ ਹੈ, ਤੇ ਹੁਣ ਹਰਿਆਣਾ ਐਸਜੀਪੀਸੀ ਦੇ ਵਿੱਚ ਇੰਨਾ ਵਿਵਾਦ ਹੈ ਕਿ ਉਹ ਪਹਿਲਾਂ ਹੀ ਇਕੱਠੇ ਨਹੀਂ ਨਜ਼ਰ ਆ ਰਹੇ। ਬਣਾ ਸਰਕਾਰੀ ਅਸੀਂ ਨਾਲ ਸਰਕਾਰ ਕਮੇਟੀ ਦਾ ਮੈਂਬਰ ਬੰਦੇ ਨਾਲ ਪ੍ਰਮੋਟ ਇਹ ਬਣਾ ਵੀ ਸਰਕਾਰ ਦੀ ਕੋਸ਼ਿਸ਼ ਕਰਕੇ ਕੌਮ ਨੂੰ ਮਿਲ ਸਕਦੇ, ਸਿੱਖਾਂ ਨੂੰ ਮਿਲ ਸਕਦੇ, ਧਰਮ ਨੂੰ ਮਿਲ ਸਕਦੇ। ਇਹਨੂੰ ਸ਼ਰਮ ਨਹੀਂ ਹੁੰਦੀ? ਉਹਦੇ ਅੱਗਾ ਕੀ ਬੰਦਾ ਨਾ ਕਰੀ ਇਹਨੇ ਡਾਕਟਰ ਬਣੇ ਉੱਤੇ ਬਣ ਕੇ ਉੱਤੇ ਜਾਂਦਾ 5 ਲੱਖ ਦੇ ਇਕੱਠ ਚ ਇਹ ਉੱਥੋਂ ਛੱਡ ਕੇ ਪਹਿਲਾਂ ਸੰਤ ਬਣਿਆ, ਵਿਆਹ ਕਰਾ ਕੇ ਬਾਬਾ ਬਣਿਆ, ਬਾਬੇ ਤੋਂ ਬਾਅਦ ਇੱਕ ਉਹ ਜਥੇਦਾਰ ਬਣਿਆ, ਫਿਰ ਤੋਂ ਬਾਅਦ ਪ੍ਰਧਾਨ ਬਣਿਆ, ਤੇ ਨਾ ਹੁਣ ਪ੍ਰਧਾਨ ਰਿਹਾ, ਨਾ ਬਾਬਾ ਰਿਹਾ, ਨਾ ਸੰਤ ਰਿਹਾ, ਕੋਈ ਸ਼ੈ ਨਹੀਂ ਰਹੀ, ਕਿਉਂਕਿ ਇਹਦੀ ਚਿਹਰਾ ਸੀ ਉਹ ਨੰਗਾ ਹੋ ਚੁੱਕਾ ਦੁਨੀਆ ਦੇ ਅੱਗੇ। ਨਾ ਸੰਗਤ ਰਹੀ ਹੈ, ਨਾ ਹਰਿਆਣਾ ਕਮੇਟੀ ਦੇ ਮੈਂਬਰ ਰਹੇ ਨੇ। ਲੇਕਿਨ ਇਹ ਤਾਂ ਚੋਣਾਂ ਦੇ ਵਿੱਚ ਤੈਅ ਹੋ ਜਾਏਗਾ ਨਾ, ਹਰਿਆਣਾ ਕਮੇਟੀ ਦੀਆਂ ਚੋਣਾਂ 'ਚ ਤੈਅ ਹੋ ਜਾਏਗਾ ਕਿ ਉਹਨਾਂ ਦੇ ਨਾਲ ਕੌਣ ਨਹੀਂ ਆ, ਤੁਹਾਡੇ ਨਾਲ ਕੌਣ ਨੇ, ਸੰਗਤ ਕਿਸ ਦੇ ਨਾਲ ਹੈ। ਕਦੇ ਹਰਿਆਣੇ ਦੇ ਲੋਕਾਂ ਨੇ ਝੀਨੇ ਦੇ ਪਿੰਡ ਦੇ ਲੋਕਾਂ ਸੱਦ ਕੇ ਝੀਨੇ ਨੂੰ ਸਰੋਪਾ ਨਹੀਂ ਪਾਇਆ। ਮੈਂ ਤਾਂ ਅੱਜ ਵੀ ਕਾਲਕੇ ਗੁਰਮਤਿ ਸਮਾਗਮ ਦੇ ਵਿੱਚ ਜਾ ਰਿਹਾ, ਮੈਂ ਤਾਂ ਅੱਜ ਵੀ ਨਾਡਾ ਸਾਹਿਬ ਕਥਾ ਦੀ ਹਾਜ਼ਰੀ ਭਰੀ ਹੈ, ਕਾਲਕੇ ਗਰਾਊਂਡ ਦੇ ਵਿੱਚ ਸਮਾਗਮ ਤੇ ਜਾ ਰਿਹਾ। ਝੀਨੇ ਨੂੰ ਤਾਂ ਕਦੇ ਝੀਨੇ ਦੇ ਪਿੰਡ ਦੇ ਲੋਕਾਂ ਨੇ ਸਰੋਪਾ ਨਹੀਂ ਪਾਇਆ, ਸੱਦ ਕੇ ਗੁਰਦੁਆਰੇ ਕੇ ਸੰਗਤਾਂ ਦੇ ਠੇਕੇਦਾਰ ਬਣ ਜਾਂਦੇ ਆ। ਨਾ ਇਹਨਾਂ ਨੂੰ ਕੋਈ ਸੰਗਤ ਮੂੰਹ ਲਾਉਂਦੀ ਹੈ, ਸ਼ਰਾਬਾਂ ਵਰਤਦੀ ਹੈ ਇਹਨਾਂ ਦੇ। ਚਲੋ ਇਹ ਨਿੱਜੀ ਇਲਜ਼ਾਮ ਨਾ ਲਗਾਈਏ, ਬਹੁਤ ਨਿੱਜੀ ਇਲਜ਼ਾਮ ਨਾ ਲਗਾਈਏ। ਫਿਲਹਾਲ ਦੇ ਲਈ ਸ਼ੁਕਰੀਆ ਦਾਦੂਵਾਲ ਜੀ ਸਾਡੇ ਨਾਲ ਜੁੜਨ ਦੇ ਲਈ। ਚਿੰਦਾ ਜੀ ਤੁਹਾਡਾ ਵੀ ਸ਼ੁਕਰੀਆ। ਵਿਵਾਦ ਬਹੁਤ ਨਜ਼ਰ ਆ ਰਿਹਾ ਹਰਿਆਣਾ ਕਮੇਟੀ ਦੇ ਵਿੱਚ। ਹਰਿਆਣਾ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ, ਐਡਹੌਕ ਕਮੇਟੀ ਬਣਨੀ ਹੈ, ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਵਿਵਾਦ ਖੁੱਲ ਕੇ ਸਾਹਮਣੇ ਆ ਰਿਹਾ ਹੈ। ਜਗਦੀਸ਼ ਸਿੰਘ ਚਿੰਦਾ ਤੇ ਬਲਜੀਤ ਸਿੰਘ ਦਾਦੂਵਾਲ ਦੇ ਵਿਚਾਲੇ ਵਿਵਾਦ ਨਜ਼ਰ ਆ ਰਿਹਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਇਲਜ਼ਾਮ ਲਗਾਏ ਕਿ ਸੀਕ੍ਰੇਟ ਮੀਟਿੰਗ ਕੀਤੀ ਹੈ ਅਕਾਲੀ ਦਲ ਦੇ ਆਗੂਆਂ ਦੇ ਨਾਲ। ਜਗਦੀਸ਼ ਸਿੰਘ ਚਿੰਦਾ ਤੇ ਨਲਵੀ ਨੇ ਜਗਦੀਸ਼ ਸਿੰਘ ਚਿੰਦਾ ਇਸ ਇਲਜ਼ਾਮ ਨੂੰ ਲੈ ਕੇ ਬੋਲੇ ਨੇ ਕਿ ਕੋਈ ਗੁਪਤ ਮੀਟਿੰਗ ਨਹੀਂ ਹੋਈ, ਕੋਈ ਸੀਕ੍ਰੇਟ ਮੀਟਿੰਗ ਨਹੀਂ ਹੋਈ, ਮੀਟਿੰਗ ਹੋਈ ਹੈ, ਡੰਕੇ ਦੀ ਚੋਟ ਤੇ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਗੱਲਾਂ ਬਾਤਾਂ ਹੋਈਆਂ ਨੇ, ਸ਼ਰਤਾਂ ਵੀ ਰੱਖੀਆਂ ਗਈਆਂ ਨੇ ਤੇ ਉਸ ਨੂੰ ਲੈ ਕੇ ਹਰਿਆਣਾ ਦੀ ਸੰਗਤ ਦੇ ਨਾਲ ਗੱਲਬਾਤ ਵੀ ਕੀਤੀ ਜਾਏਗੀ। ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਜਗਦੀਸ਼ ਸਿੰਘ ਚਿੰਦਾ ਤੇ ਨਲਵੀ ਨੇ ਚੰਦੂਮਾਜਰਾ ਦੇ ਘਰ ਅਕਾਲੀ ਦਲ ਦੇ ਆਗੂਆਂ ਦੇ ਨਾਲ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਮੁਲਾਕਾਤ ਕੀਤੀ ਹੈ, ਗੁਪਤ ਮੀਟਿੰਗ ਕੀਤੀ ਹੈ। ਹਰਿਆਣਾ ਦੀ ਸੰਗਤ ਨੂੰ ਧੋਖਾ ਦਿੱਤਾ ਜਾ ਰਿਹਾ ਹੈ, ਜਿਸ ਤੇ ਜਗਦੀਸ਼ ਸਿੰਘ ਚਿੰਦਾ ਨਿਊਜ਼ 18 ਦੇ ਬੋਲੇ ਨੇ ਕਿ ਮੀਟਿੰਗ ਕੋਈ ਗੁਪਤ ਮੀਟਿੰਗ ਨਹੀਂ ਸੀ, ਕੋਈ ਸੀਕ੍ਰੇਟ ਮੀਟਿੰਗ ਨਹੀਂ ਸੀ, ਮੀਟਿੰਗ ਹੋਈ ਹੈ, ਡੰਕੇ ਦੀ ਚੋਟ ਤੇ ਮੀਟਿੰਗ ਹੋਈ ਹੈ, ਗੱਲਬਾਤ ਹੋਈ ਹੈ ਚੋਣਾਂ ਨੂੰ ਲੈ ਕੇ। ਇਸ ਨੂੰ ਲੈ ਕੇ ਜਿਹੜੀਆਂ ਆਪਣੀਆਂ ਗੱਲਾਂ ਰੱਖੀਆਂ ਗਈਆਂ ਨੇ ਕਿ ਅਕਾਲੀ ਦਲ ਦੇ ਨਾਲ ਜੇ ਉਹ ਚੱਲਦੇ ਨੇ ਤਾਂ ਉਸ ਮਾਮਲੇ ਦੇ ਵਿੱਚ ਕੀ ਕੁਝ ਹੋਏਗਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਸੰਗਤ ਦੇ ਨਾਲ ਵੀ, ਹਰਿਆਣਾ ਦੀ ਸੰਗਤ ਦੇ ਨਾਲ ਵੀ ਇਸ ਨੂੰ ਲੈ ਕੇ ਗੱਲਬਾਤ ਕਰਨਗੇ। ਸੁੱਚਾ ਸਿੰਘ ਲੰਗਾ ਦੀ ਪੰਥ ਵਿੱਚ ਵਾਪਸੀ ਦਾ ਰਾਹ ਪੱਧਰਾ ਹੋਣ ਤੇ ਵਿਵਾਦ ਖੜਾ ਹੋ ਗਿਆ। ਸੁੱਚਾ ਸਿੰਘ ਲੰਗਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਤੰਜ ਕੱਸਿਆ ਹੈ ਤੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਮੁਬਾਰਕਾਂ, ਕੌਮ ਦੇ ਸਿਰਮੌਰ ਯੋਧੇ ਨੂੰ ਪੰਥ ਦੇ ਵਿੱਚ ਮੁੜ ਸ਼ਾਮਲ ਕਰਨ ਤੇ ਮੁਬਾਰਕਾਂ। ਲੰਗਾ ਦੀ ਪੰਥ ਵਿੱਚ ਵਾਪਸੀ ਹੋਣ ਦੇ ਰਾਹ ਪੱਧਰਾ ਹੋਣ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਤੰਜ ਕੀਤਾ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਬਾਰਕਾਂ ਦਿੱਤੀਆਂ ਨੇ। ਕਿਹਾ ਹੈ ਕਿ ਕੌਮ ਦੇ ਸਿਰਮੌਰ ਯੋਧੇ ਨੂੰ ਪੰਥ ਦੇ ਵਿੱਚ ਮੁੜ ਸ਼ਾਮਲ ਕਰਨ ਤੇ ਮੁਬਾਰਕਾਂ। ਕੱਲ ਅਕਾਲ ਤਖਤ ਸਾਹਿਬ ਨੇ ਲੰਗਾ ਨੂੰ ਤਨਖਾਹ ਲਾਈ ਹੈ, ਜਿਸ ਤੋਂ ਬਾਅਦ ਇਹ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਦੀ ਪੰਥ ਦੇ ਵਿੱਚ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ, ਵਾਪਸੀ ਦਾ ਰਾਹ ਹੁਣ ਸੌਖਾ ਹੋ ਗਿਆ ਹੈ, ਤਨਖਾਹ ਲਗਾ ਦਿੱਤੀ ਗਈ ਹੈ। ਤੇ ਹੁਣ ਉਸ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ। ਸੁਖਜਿੰਦਰ ਰੰਧਾਵਾ
ਸਾਬਕਾ ਡਿਪਟੀ ਸੀਐਮ ਉਹਨਾਂ ਦੇ ਵੱਲੋਂ ਇਹ ਤੰਜ ਕੀਤਾ ਗਿਆ ਹੈ, ਕਿਹਾ ਹੈ ਕਿ ਜਥੇਦਾਰ ਸਾਹਿਬ ਨੂੰ ਮੁਬਾਰਕਾਂ, ਕੌਮ ਦੇ ਸਿਰਮੌਰ ਯੋਧੇ ਨੂੰ ਪੰਥ 'ਚ ਮੁੜ ਸ਼ਾਮਲ ਕਰਨ ਤੇ ਮੁਬਾਰਕਾਂ। ਉਹਨਾਂ ਨੇ ਟਵੀਟ ਕੀਤਾ ਹੈ। ਟਵੀਟ ਕਰਕੇ ਉਹਨਾਂ ਨੇ ਲਿਖਿਆ ਹੈ ਕਿ ਜਥੇਦਾਰ ਸਾਹਿਬ ਨੂੰ ਪੰਥ ਦੇ ਇਸ ਮਹਾਨ ਯੋਧੇ ਦੀਆਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਉਸ ਨੂੰ ਪੰਥ 'ਚ ਦੁਬਾਰਾ ਸ਼ਾਮਲ ਕਰਨ ਤੇ ਮੁਬਾਰਕਾਂ ਹੈ। ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤੰਜ ਕੀਤਾ ਹੈ, ਕਿਹਾ ਹੈ ਕਿ ਕੌਮ ਨੂੰ ਇਸ ਸਿਰਮੌਰ ਯੋਧੇ ਦੀ ਬਹੁਤ ਜ਼ਰੂਰਤ ਸੀ। ਮੇਰਾ ਸੁਝਾਅ ਹੈ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਅਤੀਤ ਨੂੰ ਦੇਖਦੇ ਹਾਂ ਅਤੇ ਉਸ ਦੇ ਮਹਾਨ ਕੰਮਾਂ ਦੇ ਲਈ ਕੋਈ ਸਨਮਾਨਿਤ ਉਪਾਧੀ ਵੀ ਦੇ ਦੇਣੀ ਚਾਹੀਦੀ ਹੈ। ਇਹ ਤੰਜ ਕੀਤਾ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ। ਸਾਬਕਾ ਡਿਪਟੀ ਸੀਐਮ ਕਿਹਾ ਹੈ ਕਿ ਮੇਰਾ ਸੁਝਾਅ ਹੈ ਕਿ ਹੁਣ ਸੁੱਚਾ ਸਿੰਘ ਲੰਗਾਹ ਦੇ ਅਤੀਤ ਨੂੰ ਦੇਖਦਿਆਂ ਉਸ ਨੂੰ ਕੋਈ ਸਨਮਾਨਿਤ ਉਪਾਧੀ ਵੀ ਦੇ ਦੇਣੀ ਚਾਹੀਦੀ ਹੈ। ਤੇ ਸਭ ਦੇ ਵਿਚਾਲੇ ਨਜ਼ਰ ਹੈ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਅਗਲੇ ਕਦਮ ਤੇ। ਅਗਲਾ ਕਦਮ ਕੀ ਹੋਏਗਾ, ਕਿਉਂਕਿ ਅਲਟੀਮੇਟਮ ਪਰਿਵਾਰ ਦੇ ਵੱਲੋਂ ਦਿੱਤਾ ਗਿਆ ਸੀ, ਬਲਕੌਰ ਸਿੰਘ ਦੇ ਵੱਲੋਂ ਦਿੱਤਾ ਗਿਆ ਸੀ। ਅਲਟੀਮੇਟਮ ਖਤਮ ਹੋ ਚੁੱਕਿਆ। ਅੱਜ ਫਿਰ ਤੋਂ ਪਿੰਡ ਮੂਸਾ ਦੇ ਵਿੱਚ ਪ੍ਰਸ਼ੰਸਕਾਂ ਦੇ ਨਾਲ ਮੁਲਾਕਾਤ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਕੀਤੀ ਜਾਏਗੀ। ਪੁਲਿਸ ਨੂੰ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਜੋ ਕਿ ਪਰਸੋਂ ਖਤਮ ਹੋ ਚੁੱਕਿਆ ਹੈ। ਅੱਜ ਕਿਸੇ ਅਗਲੇ ਕਦਮ ਦਾ ਐਲਾਨ ਕਰਦੇ ਨੇ ਜਾਂ ਫਿਰ ਪੁਲਿਸ ਨੂੰ ਕੋਈ ਹੋਰ ਮੌਲਤ ਦਿੰਦੇ ਨੇ, ਇਸ ਤੇ ਨਜ਼ਰ ਬਣੀ ਰਹੇਗੀ। ਸਿੱਧੂ ਮੂਸੇਵਾਲਾ ਦੇ ਮਾਪੇ ਅੱਜ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਤੇ ਆਪਣਾ ਅਗਲਾ ਕਦਮ ਐਲਾਨ ਕਰ ਸਕਦੇ ਨੇ। ਕੀ ਕੋਈ ਹੋਰ ਕਦਮ ਹੁਣ ਉਹਨਾਂ ਦੇ ਵੱਲੋਂ ਚੁੱਕਿਆ ਜਾਏਗਾ, ਪੁਲਿਸ ਨੂੰ ਕੀ ਉਹ ਹੋਰ ਮੌਲਤ ਦੇਣਗੇ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ 25 ਨਵੰਬਰ ਤੱਕ ਦਾ ਅਲਟੀਮੇਟਮ ਦੇ ਦਿੱਤਾ ਸੀ ਪੰਜਾਬ ਪੁਲਿਸ ਨੂੰ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਦੀ ਡੀਜੀਪੀ ਦੇ ਨਾਲ ਵੀ ਮੁਲਾਕਾਤ ਹੋਈ ਹੈ। ਇੰਗਲੈਂਡ ਗਏ ਹੋਏ ਸੀ ਤੇ ਵਾਪਸ ਆ ਕੇ ਉਹਨਾਂ ਨੇ ਮਾਨਸਾ ਦੇ ਐਸਐਸਪੀ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਤਾਂ ਕੀ ਹੁਣ ਉਹ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨੇ? ਕੀ ਉਹਨਾਂ ਨੂੰ ਹੋਰ ਸਮਾਂ ਦਿੰਦੇ ਨੇ? ਇਹ ਸਵਾਲ ਬਣਿਆ ਹੋਇਆ ਹੈ। ਬਲਦੇਵ ਸ਼ਰਮਾ ਸਾਡੇ ਸਹਿਯੋਗੀ ਮਾਨਸਾ ਤੋਂ ਜੁੜੇ ਹੋਏ ਨੇ। ਬਲਦੇਵ, ਕਿਵੇਂ ਦੇਖਿਆ ਜਾਵੇ ਅੱਜ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਕੋਈ ਹੋਰ ਐਲਾਨ ਕਰ ਸਕਦੇ ਨੇ, ਕੋਈ ਹੋਰ ਅਗਲਾ ਕਦਮ ਚੁੱਕ ਸਕਦੇ ਨੇ, ਲੇਕਿਨ ਇਸ ਸਭ ਦੇ ਵਿਚਾਲੇ ਨਜ਼ਰ ਇਸੇ ਤੇ ਬਣੀ ਹੋਈ ਹੈ ਕਿ ਉਹਨਾਂ ਦੇ ਵੱਲੋਂ ਇੱਕ ਅਲਟੀਮੇਟਮ ਪੰਜਾਬ ਪੁਲਿਸ ਨੂੰ ਦਿੱਤਾ ਗਿਆ ਸੀ। ਤਾਂ ਕੀ ਹੁਣ ਉਹ ਪੁਲਿਸ ਨੂੰ ਹੋਰ ਸਮਾਂ ਦਿੰਦੇ ਨੇ? ਕਿਉਂਕਿ ਐਫਆਈਆਰ ਤਾਂ ਅਜੇ ਵਾਪਸ ਨਹੀਂ ਲਈ ਗਈ। 25 ਨਵੰਬਰ ਤੱਕ ਦਾ ਅਲਟੀਮੇਟਮ ਉਹਨਾਂ ਨੇ ਦਿੱਤਾ ਸੀ। ਤਾਂ ਕੀ ਉਹ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨੇ ਜਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਕੋਈ ਭਰੋਸਾ ਦਿੱਤਾ ਗਿਆ ਹੈ ਜਾਂ ਉਹ ਕੋਈ ਹੋਰ ਕਦਮ ਚੁੱਕਣਗੇ? ਬਿਲਕੁਲ ਅਰਸ਼ਦੀਪ, ਦੱਸਣਾ ਚਾਹਾਂਗਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਪੰਜਾਬ ਸਰਕਾਰ ਨੂੰ 25 ਨਵੰਬਰ ਤੱਕ ਦਾ ਅਲਟੀਮੇਟਮ ਦਿੱਤਾ ਸੀ। ਇਸ ਤੋਂ ਪਹਿਲਾਂ 25 ਨਵੰਬਰ ਦਾ ਜਿਹੜੀ ਡੈਡਲਾਈਨ ਸੀਗੀ, ਇਸ ਤੋਂ ਪਹਿਲਾਂ ਉਹ ਡੀਜੀਪੀ ਨਾਲ ਮੁਲਾਕਾਤ ਕਰਦੇ ਆ, ਉਸ ਤੋਂ ਬਾਅਦ ਯੂਕੇ ਚਲੇ ਜਾਂਦੇ ਆ ਤੇ ਬੀਤੇ ਕੱਲ੍ਹ ਹੀ ਉਹ ਵਾਪਸ ਯੂਕੇ ਤੋਂ ਆਏ ਹੈ ਤੇ ਅੱਜ ਆਪਣੀ ਰਣਨੀਤੀ ਦਾ ਐਲਾਨ ਕਰ ਸਕਦੇ ਹੈ। ਹਾਲਾਂਕਿ ਡੀਜੀਪੀ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ, ਦੱਸਦੇ ਹੈ ਕਿ ਜੋ ਵੀ ਨਾਮ ਉਹਨਾਂ ਨੇ ਦਿੱਤੇ ਹੈ ਉਸ 'ਤੇ ਕਾਰਵਾਈ ਹੋਵੇਗੀ। ਪਰੰਤੂ ਕਿੰਨਾ ਕੁ ਸੰਤੁਸ਼ਟ ਨਜ਼ਰ ਆਉਂਦੇ ਹੈ ਬਲਕੌਰ ਸਿੰਘ ਸਿੱਧੂ ਮੂਸੇਵਾਲੇ ਦੇ ਜਿਹੜੇ ਪਿਤਾ ਹੈ, ਉਹ ਅੱਜ ਆਪਣੀ ਸਪੀਚ ਦੇ ਵਿੱਚ ਕੁਝ ਸਮੇਂ ਬਾਅਦ ਲੋਕਾਂ ਨੂੰ ਸੰਬੋਧਨ ਕਰਨਗੇ, ਉਸ ਦੇ ਵਿੱਚ ਤੈਅ ਕਰਨਗੇ। ਹੋ ਸਕਦਾ ਹੈ ਕਿ ਅਗਲੀ ਆਪਣੀ ਰਣਨੀਤੀ ਦਾ ਐਲਾਨ ਕਰਨ ਜਾਂ ਕੀ ਉਹਨਾਂ ਨੂੰ ਭਰੋਸਾ ਦਿੱਤਾ ਹੈ, ਇਹ ਵੀ ਜਿਹੜੇ ਆਉਣ ਵਾਲੇ ਲੋਕ ਹੈ ਉਹਨਾਂ ਨੂੰ ਉਹ ਦੱਸਣਗੇ। ਹਾਲਾਂਕਿ ਲਗਾਤਾਰ ਉਹ ਦੋਸ਼ ਲਾਉਂਦੇ ਰਹੇ ਹੈ ਕਿ ਜਿਹੜੇ ਸ਼ੂਟਰ ਹੈ, ਸ਼ੂਟਰਾਂ ਦਾ ਉਹਨਾਂ ਕਸੂਰ ਨਹੀਂ, ਜਿਹੜੇ ਇਸ ਦੇ ਪਿੱਛੇ ਕੁਝ ਸੰਗੀਤ ਜਗਤ ਦੇ ਲੋਕ ਹੈ, ਕੁਝ ਸਪੈਦਪੋਸ਼ ਲੋਕ ਇਸ ਦੇ ਪਿੱਛੇ, ਉਹਨਾਂ ਤੇ ਕਾਰਵਾਈ ਹੋਵੇ। ਇਸ ਕਾਰਵਾਈ ਨੂੰ ਲੈ ਕੇ ਲਗਾਤਾਰ ਉਹ ਪੰਜਾਬ ਪੁਲਿਸ ਤੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਹੈ ਤੇ ਹੁਣ ਦੇਖਦੇ ਹਾਂ ਕਿ ਅੱਜ ਆਪਣੀ ਸਪੀਚ ਦੇ ਵਿੱਚੋਂ ਕੀ ਐਲਾਨ ਕਰ ਜੀ ਬਿਲਕੁਲ ਕੀ ਐਲਾਨ ਕਰਦੇ ਨੇ, ਇਸ ਤੇ ਨਜ਼ਰ ਬਣੀ ਰਹੇਗੀ। ਸ਼ੁਕਰੀਆ ਫਿਲਹਾਲ ਬਲਦੇਵ ਪੂਰੀ ਜਾਣਕਾਰੀ ਦੇ ਲਈ। ਤਾਂ ਸਾਡੇ ਸਹਿਯੋਗੀ ਨਜ਼ਰ ਬਣਾਏ ਹੋਏ ਨੇ ਮਾਨਸਾ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਵੱਲੋਂ ਅੱਜ ਕੀ ਗੱਲਬਾਤ ਰੱਖੀ ਜਾਂਦੀ ਹੈ ਲੋਕਾਂ ਦੇ ਅੱਗੇ, ਕੀ ਉਹ ਕੋਈ ਨਵਾਂ ਕਦਮ ਐਲਾਨ ਕਰਦੇ ਨੇ। ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੀ ਪੰਜਾਬ ਪੁਲਿਸ ਨੂੰ, ਜੋ ਕਿ ਖਤਮ ਹੋ ਚੁੱਕਿਆ ਹੈ। 25 ਨਵੰਬਰ ਤੱਕ ਦਾ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਤੇ ਹੁਣ ਕੀ ਉਹਨਾਂ ਦੇ ਵੱਲੋਂ ਕੋਈ ਅਗਲਾ ਕਦਮ ਐਲਾਨਿਆ ਜਾਂਦਾ ਹੈ? ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨੇ ਜਾਂ ਫਿਰ ਉਹਨਾਂ ਦੇ ਵੱਲੋਂ ਹੋਰ ਮੌਲਤ ਪੰਜਾਬ ਪੁਲਿਸ ਨੂੰ ਦਿੱਤੀ ਜਾਏਗੀ? ਸਭ ਤੇ ਨਜ਼ਰ ਬਣੀ ਹੋਈ ਹੈ। ਉਧਰ ਫਜ਼ਿਲਕਾ ਦੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੋਂ ਹੈਰੋਇਨ ਬਰਾਮਦ ਹੋਈ ਹੈ। 642 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੀਲੇ ਰੰਗ ਦੇ ਪੈਕੇਟ ਦੇ ਵਿੱਚ ਇਹ ਹੈਰੋਇਨ ਲਪੇਟੀ ਹੋਈ ਸੀ। ਬੀਐਸਐਫ ਨੂੰ ਗਸ਼ਤ ਦੇ ਦੌਰਾਨ ਪੈਕੇਟ ਮਿਲਿਆ ਹੈ। ਫਜ਼ਿਲਕਾ ਦੇ ਪਿੰਡ ਮੋਹਾਰ ਜਮਸ਼ੇਰ ਦੇ ਨੇੜੇ ਬਰਾਮਦਗੀ ਹੋਈ ਹੈ। ਹੈਰੋਇਨ ਬਰਾਮਦ ਹੋਈ ਹੈ। 642 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐਸਐਫ ਦੇ ਵੱਲੋਂ ਇੱਕ ਪੀਲੇ ਰੰਗ ਦੇ ਪੈਕੇਟ ਦੇ ਵਿੱਚ ਇਹ ਹੈਰੋਇਨ ਲਪੇਟੀ ਗਈ ਸੀ।
ਲਪੇਟੀ ਹੋਈ ਮਿਲੀ ਹੈ। ਇਹ ਬਰਾਮਦਗੀ ਹੋਈ ਹੈ BSF ਗਸ਼ਤ ਦੇ ਦੌਰਾਨ ਇਹ ਪੈਕੇਟ ਮਿਲਿਆ ਹੈ। ਬਰਾਮਦਗੀ ਹੋਈ ਹੈ ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਨੇੜਿਓਂ। ਲਗਾਤਾਰ ਜਿਸ ਤਰੀਕੇ ਦੇ ਨਾਲ ਡਰੋਨ ਐਕਟੀਵਿਟੀ ਸਰਹੱਦ ਪਾਰੋਂ ਜਾਰੀ ਹੈ ਤਾਂ ਬਹੁਤ ਵਾਰ ਅਜਿਹੀਆਂ ਬਰਾਮਦਗੀਆਂ ਹੋਈਆਂ ਨੇ ਕਿ ਡਰੋਨ ਦੇ ਜ਼ਰੀਏ ਇਸ ਪਾਸੇ ਵੱਲ ਨਸ਼ਾ ਜਾਂ ਫਿਰ ਹਥਿਆਰ ਸਪਲਾਈ ਕੀਤੇ ਜਾਂਦੇ ਨੇ, ਨਸ਼ਾ ਸੁੱਟਿਆ ਜਾਂਦਾ ਹੈ। ਤਾਂ ਉਸੇ ਤਰੀਕੇ ਦੇ ਨਾਲ ਇੱਕ ਬਰਾਮਦਗੀ ਹੋਈ ਹੈ। ਪੀਲੇ ਰੰਗ ਦਾ ਪੈਕੇਟ ਜੋ ਨਜ਼ਰ ਆ ਰਿਹਾ ਹੈ 642 ਗ੍ਰਾਮ ਹੈਰੋਇਨ BSF ਨੇ ਬਰਾਮਦ ਕੀਤੀ ਹੈ।